ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰਿਓ, ਆਪ ਜੀ ਨੂੰ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਜਪ ਬਾਣੀ ਦੀ ਲੜੀਵਾਰ ਵਿਚਾਰ ਅਸੀਂ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਹਾਂ। 29 ਪੌੜੀਆਂ ਦੀ ਵਿਚਾਰ ਅਸੀਂ ਪੂਰੀ ਕਰ ਚੁੱਕੇ ਹਾਂ। ਅੱਜ 30ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣੀ ਹੈ। ਜਪ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਰੰਭ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਦਰਜ ਕੀਤੀ ਹੈ। ਔਰ ਜਪ ਦੇ ਲਫ਼ਜ਼ੀ ਅਰਥ ਹੈ ਜਪਨਾ, ਸਿਮਰਨ, ਬੰਦਗੀ, ਯਾਦ, ਪਿਆਰ। ਜੋ ਜੀਵਨ ਦਾ ਮਨੋਰਥ ਹੈ ਉਹ ਇਸ ਸਰਲੇਖ ਵਿੱਚ ਹੀ ਦਿੱਤਾ ਗਿਆ। ਉਸ ਜੀਵਨ ਦੇ ਮਨੋਰਥ ਨੂੰ ਕਿਵੇਂ ਸਫਲ ਕਰਨਾ, ਉਹ ਸਾਰੀ ਵਿਆਖਿਆ ਜਪ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤੀ ਹੈ। ਇਸ ਦੀ ਬੜੀ ਡੂੰਘਾਈ ਨਾਲ ਸਮਝਣ ਦੀ ਲੋੜ ਹੈ ਇਸ ਬਾਣੀ ਨੂੰ। ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਹੋਰ ਆਨੰਦ ਇਹਦੇ ਵਿੱਚ ਆਉਂਦਾ ਜਾਂਦਾ ਹੈ। ਆਓ ਅੱਜ ਅਸੀਂ ਜਪ ਬਾਣੀ ਦੀ 30ਵੀਂ ਪੌੜੀ ਦੀ ਵਿਚਾਰ ਵੀਰ ਪ੍ਰਭ ਕੀਰਤਨ ਸਿੰਘ ਜੀ ਪਾਸੋਂ ਸਰਵਣ ਕਰੀਏ। ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਹਾਂ ਕਿ ਵਿਚਾਰਾਂ ਦੀ ਆਰੰਭਤਾ ਕਰਨ ਵੀਰ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹੁਣ ਤੱਕ ਆਪਾਂ ਜਿਵੇਂ ਵੀਰ ਜੀ ਨੇ ਦੱਸਿਆ ਹੈ ਕਿ 29 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 30ਵੀਂ ਪੌੜੀ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ, ਇਹਨੂੰ ਸਮਝਣ ਦਾ ਯਤਨ ਕਰਨਾ ਹੈ। ਇਸ ਤੋਂ ਪਹਿਲੀਆਂ 2 ਪੌੜੀਆਂ ਜਿਨ੍ਹਾਂ ਦੀ ਵਿਚਾਰ ਪਿਛਲੀ ਵਾਰ ਕੀਤੀ ਸੀ, ਉਹ ਵੀ ਉਹ 4 ਪੌੜੀਆਂ ਦੇ ਉਸ ਸਮੂਹ ਦਾ ਹਿੱਸਾ ਹਨ ਜਿਨ੍ਹਾਂ ਦਾ ਵਿਸ਼ਾ ਇੱਕੋ ਹੈ। ਕਿਉਂਕਿ ਸਤਿਗੁਰਾਂ ਨੇ ਇਹਨਾਂ 4 ਪੌੜੀਆਂ ਦੀਆਂ ਅੰਤਲੀਆਂ ਪੰਕਤੀਆਂ ਜੋ ਹਨ ਉਹ ਇੱਕੋ ਹੀ ਰੱਖੀਆਂ ਹਨ, ਜਿਹੜੀਆਂ ਇਸ ਗੱਲ ਤੇ ਮੋਹਰ ਹੈ ਕਿ ਇਹ 4 ਪੌੜੀਆਂ ਦੇ ਵਿੱਚ ਜੋ ਵਿਸ਼ਾ ਹੈ ਸਤਿਗੁਰੂ ਜੀ ਸਾਨੂੰ ਸਮਝਾਉਣਾ ਚਾਹੁੰਦੇ ਹਨ ਉਹ ਇੱਕੋ ਹੀ ਹੈ। ਦੂਜਾ ਅਸੀਂ ਦੇਖਿਆ ਸੀ ਕਿ ਪਿਛਲੀਆਂ ਦੋਨੋਂ ਪੌੜੀਆਂ ਦੇ ਵਿੱਚ ਯੋਗ ਮਤ ਨਾਲ ਸੰਬੰਧਿਤ ਸ਼ਬਦਾਵਲੀ ਦਾ ਕਾਫੀ ਸਤਿਗੁਰੂ ਜੀ ਨੇ ਵਰਤੋਂ ਕੀਤੀ ਹੈ ਔਰ ਉਹਨਾਂ ਨੂੰ ਸਤਿਗੁਰਾਂ ਨੇ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਅਸੀਂ ਧਰਮ ਭਾਵੇਂ ਕਿਸੇ ਨੂੰ ਵੀ ਮੰਨੀਏ, ਪਰ ਜਿਹੜਾ ਅਸਲ ਧਰਮ ਹੈ ਮਨੁੱਖ ਦਾ, ਜਿਹਦੇ ਬਾਰੇ ਸਤਿਗੁਰਾਂ ਨੇ ਸ਼ੁਰੂ ਤੋਂ ਸਾਨੂੰ ਇਸ ਬਾਣੀ ਦੇ ਵਿੱਚ ਟੀਚਾ ਕਹਿ ਲਈਏ ਦਿੱਤਾ ਸੀ ਕਿ ਸਾਡੇ ਜੀਵਨ ਦਾ ਮਨੋਰਥ ਕੀ ਹੋਣਾ ਚਾਹੀਦਾ ਹੈ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਉ। ਤਾਂ ਉਹ ਜੋ ਧਰਮ ਹੈ ਅਸਲ ਦੇ ਵਿੱਚ ਸਾਡੇ ਜੀਵਨ ਦਾ ਫਰਜ਼ ਹੈ। ਤਾਂ ਸਤਿਗੁਰਾਂ ਨੇ ਕਿਹਾ ਕਿ ਅਸੀਂ ਧਰਮ ਕਿਸੇ ਨੂੰ ਮੰਨੀਏ, ਉਹਦਾ ਭੇਖ ਭਾਵੇਂ ਧਾਰਨ ਕਰ ਲਈਏ, ਪਰ ਉਹਨੂੰ ਸਾਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ। ਤਾਂ ਸਤਿਗੁਰਾਂ ਨੇ ਜਿਵੇਂ ਪਿਛਲੀ ਵਾਰੀ ਵੀ ਆਪਾਂ ਵਿਚਾਰ ਕੀਤੀ ਸੀ ਕਿ ਜੋ ਸਾਡੀਆਂ ਮੁੱਢਲੀਆਂ ਧਾਰਮਿਕ ਫਰਜ਼ ਨੇ, ਜਿਹੜੇ ਗੁਣਾਂ ਨੂੰ ਅਸੀਂ ਗ੍ਰਹਿਣ ਕਰਨਾ ਹੈ, ਆਪਣੇ ਅੰਦਰ ਉਹ ਗੁਣ ਪੈਦਾ ਕਰਨੇ ਹਨ, ਉਹਨਾਂ ਦੀ ਗੱਲ ਸਤਿਗੁਰਾਂ ਨੇ ਸਮਝਾਈ ਸੀ। ਹੁਣ ਅੱਗੇ ਦੀਆਂ 2 ਪੌੜੀਆਂ ਦੇ ਵਿੱਚ ਸਤਿਗੁਰੂ ਜੀ ਅੱਗੇ ਕੁਝ ਵਿਸ਼ੇ ਉਹਨਾਂ ਨਾਲ ਡਿਸਕਸ ਕਰਦੇ ਹੋਏ ਦੱਸਦੇ ਹਨ। ਆਓ ਪਹਿਲਾਂ ਜੋ 30ਵੀਂ ਪੌੜੀ ਹੈ ਉਹਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲੇ ਆਪਾਂ ਇਹਦਾ ਇੱਕ ਵਾਰ ਪਾਠ ਕਰ ਲਈਏ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ।
ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਬਹੁਤਾ ਇਹ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਹੋਵੇਸ। ਏਕਾ ਮਾਈ ਜੁਗਤ ਵਿਆਈ। ਏਕਾ ਦਾ ਭਾਵ ਹੈ ਇਕੱਲੀ, ਤੇ ਮਾਇਆ ਦਾ ਭਾਵ ਹੈ ਮਾਇਆ। ਮਾਈ ਦਾ ਭਾਵ ਹੈ ਮਾਇਆ। ਇਕੱਲੀ ਮਾਇਆ, ਏਕਾ ਮਾਈ ਦਾ ਭਾਵ ਹੈ ਕਿ ਇਕੱਲੀ ਮਾਇਆ ਜੁਗਤ ਵਿਆਈ। ਕਿਸੇ ਢੰਗ ਦੇ ਨਾਲ, ਕਿਸੇ ਜੁਗਤੀ ਦੇ ਨਾਲ। ਵਿਆਹੀ ਦਾ ਅਰਥ ਹੈ ਉਹਨੇ ਜਨਮ ਦਿੱਤਾ, ਉਹਦੀ ਜਨਮ ਦੇਣ ਦੀ ਪ੍ਰਕਿਰਿਆ ਨਾਲ ਇਹਦਾ ਸੰਬੰਧ ਹੈ ਕਿ ਕਿਸੇ ਜੁਗਤ ਦੇ ਨਾਲ ਮਾਇਆ ਨੇ ਇਕੱਲਿਆਂ ਹੀ ਜਨਮ ਦਿੱਤਾ। ਤਿੰਨ ਚੇਲਿਆਂ ਨੂੰ, ਭਾਵ ਤਿੰਨ ਪੁੱਤਰਾਂ ਨੂੰ ਪਰਵਾਨ। ਪਰਵਾਨ ਇੱਥੇ ਸਿੰਗੂਲਰ ਰੂਪ ਵਿੱਚ ਆਇਆ ਹੈ ਔਂਕੜ ਲੱਗੀ ਨਾਲ। ਇਹਦਾ ਅਰਥ ਹੈ ਮੰਨੇ ਪਰਮੰਨੇ ਤੌਰ ਤੇ, ਪ੍ਰਤੱਖ ਤੌਰ ਤੇ, ਜਾਂ ਇਹ ਕਹਿ ਲਈਏ ਕਿ ਸਰਵ ਪ੍ਰਵਾਨਿਤ ਤੌਰ ਤੇ। ਤਾਂ ਇਹਦਾ ਅਰਥ ਹੋਇਆ ਕਿ ਇਹ ਇੱਕ ਮਨੌਤ ਹੈ ਸਤਿਗੁਰੂ ਜੀ ਜਿਹਦਾ ਜ਼ਿਕਰ ਕਰ ਰਹੇ ਹਨ। ਇਹ ਪ੍ਰਵਾਨ ਕੀਤੀ ਹੋਈ ਗੱਲ ਹੈ। ਆਮ ਤੌਰ ਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਮਾਇਆ ਨੇ ਕਿਸੇ ਜੁਗਤ ਦੇ ਨਾਲ ਤਿੰਨ ਬੱਚਿਆਂ ਨੂੰ, ਤਿੰਨ ਪੁੱਤਰਾਂ ਨੂੰ ਜਨਮ ਦਿੱਤਾ। ਇਹ ਗੱਲ ਬਹੁਤ ਸਾਰੇ ਲੋਕ ਮੰਨਦੇ ਹਨ। ਪ੍ਰਵਾਨ ਦਾ ਅਰਥ ਹੈ ਕਿ ਬਹੁਤ ਸਾਰੇ ਲੋਕ, ਆਮ ਪ੍ਰਚਲਿਤ ਹੈ ਉਹਨਾਂ ਵਿੱਚ ਇਹ ਖਿਆਲ ਕਿ ਇਕੱਲੀ ਮਾਇਆ ਕਿਸੇ ਜੁਗਤੀ ਨਾਲ ਪ੍ਰਸੂਤ ਹੋਈ ਤੇ ਪ੍ਰਤੱਖ ਤੌਰ ਤੇ ਉਸਦੇ ਤਿੰਨ ਪੁੱਤਰ ਜੰਮ ਪਏ। ਕਈ ਵਿਆਖਿਆਕਾਰ ਇੱਥੇ ਏਕਾ ਦਾ ਅਰਥ ਜਿਹੜਾ ਹੈ ਉਹ ਅਕਾਲ ਪੁਰਖ ਲੈ ਕੇ, ਤੇ ਮਾਈ ਦਾ ਅਰਥ ਮਾਇਆ ਲੈ ਕੇ ਇਸ ਕਿਸਮ ਦੇ ਅਰਥ ਕਰਦੇ ਹਨ ਕਿ ਅਕਾਲ ਪੁਰਖ ਅਤੇ ਮਾਇਆ, ਇਹਨਾਂ ਦੋਹਾਂ ਦੇ ਸਹਿਯੋਗ ਦੇ ਨਾਲ ਜੋ ਹੈ ਇਹ ਬੱਚਿਆਂ ਦਾ ਜਨਮ ਹੋਇਆ। ਪਰ ਇਹ ਵਿਆਕਰਣ ਦੇ ਮੁਤਾਬਕ ਇਹ ਅਰਥ ਢੁਕਵੇਂ ਨਹੀਂ ਹਨ। ਵਿਆਕਰਣ ਦੇ ਅਰਥ ਨਾਲ, ਅਗਰ ਵਿਆਕਰਣ ਦੇ ਮੁਤਾਬਕ ਅਰਥ ਕੀਤੇ ਜਾਣ ਇਸ ਬਾਣੀ ਦੇ, ਇਸ ਪੰਕਤੀ ਦੇ, ਤਾਂ ਉਹਦੇ ਅਰਥ ਇਹੀ ਬਣਦੇ ਹਨ ਕਿ ਇਕੱਲੀ ਮਾਇਆ ਨਹੀਂ ਕਿਸੇ ਜੁਗਤ ਦੇ ਨਾਲ ਤਿੰਨਾਂ ਚੇਲਿਆਂ ਨੂੰ ਜਨਮ ਦਿੱਤਾ। ਔਰ ਇਹ ਗੱਲ ਆਲਮੋਸਟ ਜਿਵੇਂ ਆਪਾਂ ਕਹੀਏ ਕਿ ਸਰਵ ਪ੍ਰਵਾਨਿਤ ਵਾਲੀ ਸਥਿਤੀ 'ਚ ਬਹੁਤ ਸਾਰੇ ਲੋਕ ਇਹ ਗੱਲ ਮੰਨਦੇ ਹਨ। ਤਾਂ ਇਹ ਤਿੰਨ ਚੇਲੇ ਕਿਹੜੇ ਸਨ? ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸੰਸਾਰੀ ਅਸੀਂ ਲਫ਼ਜ਼ ਵਰਤਦੇ ਹਾਂ ਉਹ ਬੰਦਾ ਜਿਹੜਾ ਆਪਣਾ ਘਰ ਵਸਾ ਕੇ ਪਰਿਵਾਰ ਬਣਾਉਂਦਾ ਹੈ। ਪਰਿਵਾਰ ਬਣਾਉਣ ਦੇ ਅਰਥ ਤੋਂ ਲੈ ਕੇ ਤੇ ਇਹਦਾ ਅਰਥ ਹੋਇਆ ਕਿ ਜਿਸ ਨੇ ਸੰਸਾਰ ਨੂੰ ਜਨਮ ਦਿੱਤਾ, ਭਾਵ ਬ੍ਰਹਮਾ। ਇੱਕ ਭੰਡਾਰੀ, ਭੰਡਾਰੀ ਦਾ ਅਰਥ ਹੈ ਭੰਡਾਰਿਆਂ ਦਾ ਮਾਲਕ, ਜਿਹੜਾ ਇਸ ਪੈਦਾ ਹੋਈ ਲੋਕਾਈ ਨੂੰ ਖੁਰਾਕ ਦੇ ਰਿਹਾ ਹੈ, ਉਹਨਾਂ ਨੂੰ ਦਾਤਾਂ ਦੇ ਰਿਹਾ ਹੈ। ਇਹ ਜੋ ਮਿਥਿਹਾਸ ਦੇ ਮੁਤਾਬਕ ਵਿਸ਼ਨੂੰ ਜੀ ਦਾ ਕੰਮ ਹੈ। ਤੇ ਇੱਕ ਲਾਏ ਦੀਵਾਨ, ਇੱਕ ਦੀਵਾਨ ਲਗਾਉਂਦਾ ਹੈ, ਦਰਬਾਰ ਲਗਾਉਂਦਾ ਹੈ, ਜਿੱਥੇ ਬੈਠ ਕੇ ਉਹ ਜੀਵਾਂ ਨੂੰ, ਉਹਨਾਂ ਨੂੰ ਸੰਘਾਰਦਾ ਹੈ। ਉਹਦੇ ਆਲੇ ਦੁਆਲੇ ਉਹਦੀ ਪੂਰੀ ਟੀਮ ਹੈ। ਉਹਨਾਂ ਨੂੰ ਕਰਮਾਂ ਦਾ ਫਲ ਦੇਣਾ ਤੇ ਉਹਨਾਂ ਨੂੰ ਸੰਘਾਰਨਾ, ਇਹ ਕੰਮ ਤੀਜੇ ਦਾ ਹੋਵੇ। ਹੁਣ ਸਤਿਗੁਰੂ ਜੀ ਇੱਥੇ ਜ਼ਿਕਰ ਕਰ ਰਹੇ ਹਨ ਦਰਅਸਲ ਕਿ ਇਹ ਜੋ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਭਾਵ ਸ਼ਿਵ, ਇਹਨਾਂ ਤਿੰਨਾਂ ਦਾ ਜ਼ਿਕਰ ਕਰ ਰਹੇ ਹਨ। ਤੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹਨਾਂ ਤਿੰਨਾਂ ਨੂੰ ਜਨਮ ਦੇਣ ਵਾਲਾ ਕੌਣ ਹੈ? ਉਹ ਮਾਇਆ ਹੈ। ਹੁਣ ਅਸੀਂ ਸਾਰੇ ਜਾਣਦੇ ਹਾਂ ਕਿ ਮਾਇਆ, ਜਿੱਥੋਂ ਤੱਕ ਗੱਲ ਹੈ, ਇਹ ਮਾਇਆ ਦੇ ਪੁੱਤਰ ਅਰਥ ਦੱਸਣ ਦਾ ਇਹਦਾ ਇਹ ਹੋਇਆ ਕਿ ਇਹ ਮਾਇਆ ਦੇ ਪੁੱਤਰ ਹਨ, ਭਾਵ ਤਿੰਨਾਂ ਗੁਣਾਂ ਤੋਂ ਜਾਂ ਪੰਜ ਤੱਤਾਂ ਤੋਂ ਬਣੇ ਹੋਏ ਹਨ, ਜਾਂ ਭਾਵ ਫਿਜ਼ੀਕਲ ਵਰਲਡ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ। ਇਹਦੇ ਵਿੱਚ ਜੋ ਇਸ਼ਾਰਾ ਸਤਿਗੁਰਾਂ ਦਾ ਹੈ ਕਿ ਇਹ ਉਸ ਅਕਾਲ ਪੁਰਖ ਜੋ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਹੈ,
ਜਿਵੇਂ ਕਿ ਪਹਿਲਾਂ ਵੀ ਅਸੀਂ ਸ਼ਬਦ ਆਇਆ ਹੈ ਨਿਰੰਜਨ, ਕਿ ਮਾਇਆ ਤੋਂ ਪਰੇ ਹੈ, ਕਿਉਂਕਿ ਮਾਇਆ ਨੂੰ ਤਾਂ ਉਸਨੇ ਜਨਮ ਦਿੱਤਾ ਹੈ, ਮਾਇਆ ਦਾ ਰਚੈਤਾ ਹੈ, ਪਰ ਇਹ ਮਾਇਆ ਦੇ ਪੁੱਤਰ ਹਨ। ਤੋ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਉਹਨਾਂ ਦਾ ਜੋ ਇਸ ਸੰਸਾਰ ਦੇ ਵਿੱਚ, ਜਗਤ ਦੇ ਵਿੱਚ ਜੋ ਸਟੇਟਸ ਹੈ, ਹਾਲਾਂਕਿ ਇਹ ਸਤਿਗੁਰੂ ਜੀ ਇਹਦੇ ਤੇ ਮੋਹਰ ਨਹੀਂ ਲਾ ਰਹੇ, ਇਹ ਇੱਕ ਆਮ ਮਨੌਤ ਦੱਸ ਰਹੇ ਹਨ, ਪਰ ਸਤਿਗੁਰੂ ਜੀ ਨਾਲ ਹੀ ਇਹ ਮੈਸੇਜ ਵੀ ਸਾਨੂੰ ਕਨਵੇ ਕਰ ਰਹੇ ਹਨ ਕਿ ਇਹ ਅਕਾਲ ਪੁਰਖ ਤੋਂ ਬਹੁਤ ਨੀਵੀਂ ਅਵਸਥਾ ਵਾਲੇ ਦੇਵਤੇ ਹਨ। ਤੋ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣੀ। ਤੋ ਇੱਥੇ ਤੱਕ ਸਤਿਗੁਰਾਂ ਨੇ ਉਹ ਮਨੌਤ ਦੱਸੀ ਹੈ, ਇੱਕ ਆਮ ਪ੍ਰਵਾਨਿਤ ਧਾਰਨਾ ਦੱਸੀ ਹੈ, ਜਿਹੜੀ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਜਿਸ ਤੇ ਯਕੀਨ ਰੱਖਦੇ ਸਨ ਕਿ ਇਹ ਤ੍ਰਿਮੂਰਤੀ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਇਸ ਦੁਨੀਆ ਦਾ ਕੰਮ ਚਲਾ ਰਹੀ ਹੈ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਅਸਲੀਅਤ ਕੀ ਹੈ? ਅਸਲੀਅਤ ਹੈ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਜਿਵ ਭਾਵ ਜਿਸ ਤਰ੍ਹਾਂ, ਤੇ ਤਿਸ ਭਾਵ ਉਸ ਅਕਾਲ ਪੁਰਖ। ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹਦੀ ਰਜ਼ਾ ਹੁੰਦੀ ਹੈ, ਤਿਵੈ ਚਲਾਵੈ। ਚਲਾਵੈ ਭਾਵ ਉਹ ਸੰਸਾਰ ਦੀ ਕਾਰ ਚਲਾਉਂਦਾ ਹੈ, ਉਹ ਉਸੇ ਤਰ੍ਹਾਂ ਹੀ ਕਾਰ ਚਲਾਉਂਦਾ ਹੈ ਜਿਵੇਂ ਉਹਨੂੰ ਮਨਜ਼ੂਰ ਹੁੰਦਾ ਹੈ, ਉਹਦਾ ਹੁਕਮ ਹੁੰਦਾ ਹੈ, ਉਹਦੀ ਰਜ਼ਾ ਹੁੰਦੀ ਹੈ। ਜਿਵ ਹੋਵੈ ਫਰਮਾਨ। ਫਰਮਾਨ ਦਾ ਅਰਥ ਸਪਸ਼ਟ ਤੌਰ ਤੇ ਹੁਕਮ ਹੀ ਹੁੰਦਾ ਹੈ। ਤੋ ਇਸ ਪੰਕਤੀ ਦਾ ਅਰਥ ਹੋਇਆ ਕਿ ਅਸਲੀਅਤ ਇਹ ਹੈ ਕਿ ਅਜਿਹੇ ਤ੍ਰਿਮੂਰਤੀ ਦੀ ਕਲਪਨਾ ਕਰਨਾ ਜਾਂ ਮਾਇਆ ਦੇ ਪੁੱਤਰ ਹੋਣ ਦੀ ਕਲਪਨਾ ਕਰਨਾ, ਇਹ ਸਾਡਾ ਸਿਧਾਂਤ ਨਹੀਂ। ਅਸਲੀਅਤ ਇਹ ਹੈ ਕਿ ਇਸ ਜਗਤ ਦੀ ਕਾਰ ਉਹ ਅਕਾਲ ਪੁਰਖ ਚਲਾ ਰਿਹਾ ਹੈ। ਜਿਸ ਤਰ੍ਹਾਂ ਉਹਨੂੰ ਚੰਗਾ ਲੱਗਦਾ ਹੈ, ਜਿਸ ਤਰ੍ਹਾਂ ਉਸਦਾ ਭਾਣਾ ਹੈ, ਜਿਸ ਤਰ੍ਹਾਂ ਉਹਨੂੰ ਭਾਉਂਦਾ ਹੈ, ਉਸੇ ਤਰ੍ਹਾਂ ਚਲਾ ਰਿਹਾ ਹੈ। ਜਿਵੇਂ ਉਹਦਾ ਹੁਕਮ ਹੈ, ਉਸੇ ਤਰ੍ਹਾਂ ਚਲਾ ਰਿਹਾ ਹੈ। ਹੁਕਮ ਬਾਰੇ ਅਸੀਂ ਅੱਗੇ ਵਿਚਾਰ ਸ਼ੁਰੂ ਦੇ ਵਿੱਚ ਕਰ ਚੁੱਕੇ ਹਾਂ ਕਿ ਹੁਕਮ ਤੋਂ ਭਾਵ ਇਹ ਹੈ ਕਿ ਉਸ ਨੇ ਇਸ ਸੰਸਾਰ ਦੇ ਚੱਲਣ ਦੇ ਜੋ ਨਿਯਮ ਕਾਨੂੰਨ ਆਪਣੀ ਰਜ਼ਾ ਦੇ ਮੁਤਾਬਕ ਬਣਾਏ ਹਨ, ਉਹਨਾਂ ਦੇ ਮੁਤਾਬਕ ਇਸ ਜਗਤ ਦੀ ਕਾਰ ਚੱਲ ਰਹੀ ਹੈ। ਤਾਂ ਫਿਰ ਇਹ ਕਲਪਨਾ ਕਿਉਂ ਕੀਤੀ ਗਈ ਕਿ ਇਹ ਤਿੰਨ ਦੇਵਤੇ ਹਨ, ਇੱਕ ਜਨਮ ਦੇਣ ਵਾਲਾ, ਇੱਕ ਪਾਲਣ ਕਰਨ ਵਾਲਾ ਤੇ ਇੱਕ ਸੰਘਾਰਨ ਵਾਲਾ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਅਸਲ ਦੇ ਵਿੱਚ ਕੀ ਹੈ ਕਿ ਉਹ ਵੇਖਿਆ, ਉਹ ਅਕਾਲ ਪੁਰਖ, ਉਹ ਇਸ ਜਗਤ ਨੂੰ ਵੇਖ ਰਿਹਾ ਹੈ, ਭਾਵ ਇਹਦੀ ਸਾਰੀ ਸੰਭਾਲ ਕਰ ਰਿਹਾ ਹੈ। ਪਰ ਉਹਨਾਂ ਨਜ਼ਰ ਨਾ ਆਵੇ, ਉਹਨਾਂ ਭਾਵ ਉਹਨਾਂ ਜੀਵਾਂ ਨੂੰ ਜਿਨ੍ਹਾਂ ਦੀ ਉਹ ਸੰਭਾਲ ਕਰ ਰਿਹਾ ਹੈ, ਉਹਨਾਂ ਨੂੰ ਉਹ ਨਜ਼ਰ ਨਹੀਂ ਆ ਰਿਹਾ, ਦੇਸੀ ਨਹੀਂ ਰਿਹਾ, ਨਜ਼ਰ ਨਾ ਆਵੇ। ਬਹੁਤਾ ਇਹ ਵਿਡਾਨ, ਵਿਡਾਨ ਦਾ ਭਾਵ ਹੈ ਅਸਚਰਜ ਘਟਨਾ, ਕੋਈ ਕੌਤਕ। ਤੋ ਸਤਿਗੁਰੂ ਜੀ ਕਹਿੰਦੇ ਹਨ ਅਸਲ ਦੇ ਵਿੱਚ ਗੱਲ ਇਹ ਹੈ, ਉਹ ਤੇ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਉਹ ਅਕਾਲ ਪੁਰਖ ਸਾਰੇ ਜੀਵਾਂ ਨੂੰ ਵੇਖ ਰਿਹਾ ਹੈ, ਉਹਨਾਂ ਦੀ ਪਾਲਣਾ ਕਰ ਰਿਹਾ ਹੈ, ਉਹਨਾਂ ਦੀ ਸੰਭਾਲ ਕਰ ਰਿਹਾ ਹੈ। ਪਰ ਜਿਨ੍ਹਾਂ ਦੀ ਸੰਭਾਲ ਕਰ ਰਿਹਾ ਹੈ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਇਹੀ ਅਸਚਰਜ ਕੌਤਕ ਹੈ। ਉਹਨਾਂ ਨੂੰ ਨਜ਼ਰ ਇਸ ਕਰਕੇ ਨਹੀਂ ਆ ਰਿਹਾ ਕਿ ਅਸੀਂ ਜੋ ਉਹਦੇ ਬਣਾਏ ਹੋਏ ਜੀਵ ਹਾਂ, ਅਸੀਂ ਤੇ ਤਿੰਨ ਗੁਣਾਂ ਦੇ ਜਾਂ ਪੰਜ ਤੱਤਾਂ ਦੇ ਜੀਵ ਹਾਂ। ਸਾਡੀ ਜਿਹੜੀ ਫਿਜ਼ੀਕਲ ਸਰੀਰ ਹੈ ਉਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ, ਤੇ ਇਹਦੇ ਨਾਲ ਹੀ ਸਾਡਾ ਜੋ ਨਜ਼ਰ ਹੈ, ਸਾਡੀ ਸਮਝ ਹੈ, ਉੱਥੋਂ ਤੱਕ ਹੀ ਲਿਮਿਟ ਹੋ ਜਾਂਦੀ ਹੈ। ਤੇ ਜਦ ਕਿ ਅਕਾਲ ਪੁਰਖ ਇਹਨਾਂ ਤੱਤਾਂ ਦੇ ਵਿੱਚ, ਤਿੰਨਾਂ ਗੁਣਾਂ ਦੇ ਵਿੱਚ ਤਾਂ ਆਉਂਦਾ ਹੀ ਨਹੀਂ, ਤਾਂ ਫਿਰ ਸਾਨੂੰ ਉਹ ਨਜ਼ਰ ਨਹੀਂ ਆਉਂਦਾ, ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਉਹ ਸੰਭਾਲ ਕਰ ਰਿਹਾ ਹੈ, ਕੋਈ ਹੋਰ ਨਹੀਂ ਕਰ ਰਿਹਾ। ਤਾਂ ਫਿਰ ਆਪਣੇ ਆਪ ਨੂੰ ਸੈਟੀਸਫਾਈ ਕਰਨ ਲਈ ਲੋਕਾਂ ਨੇ ਇਹ ਚਿਤਰਨ ਕਰ ਲਿਆ ਕਿ ਨਹੀਂ, ਜਿਸ ਤਰ੍ਹਾਂ ਅਸੀਂ ਦੁਨਿਆਵੀ ਕੰਮਾਂ ਨੂੰ ਚਲਾਉਣ ਲਈ ਕਿਸੇ ਨੂੰ ਕਿਸੇ ਕੰਮ ਦਾ ਇੰਚਾਰਜ ਬਣਾਉਂਦੇ ਹਾਂ, ਕਿਸੇ ਨੂੰ ਕਿਸੇ ਕੰਮ ਦਾ ਮੈਨੇਜਰ ਬਣਾਉਂਦੇ ਹਾਂ, ਇਸੇ ਤਰ੍ਹਾਂ ਹੀ ਇਸ ਜਗਤ ਨੂੰ ਚਲਾਉਣ ਲਈ ਵੀ ਇਹ ਤਿੰਨ ਸ਼ਕਤੀਆਂ ਹਨ ਜੋ ਆਪਣੇ ਆਪਣੇ ਕੰਮ ਜਿਹੜੇ ਹਨ ਉਹ ਕਰ ਰਹੀਆਂ ਹਨ। ਪਰ ਸੱਚਾਈ ਇਹ ਨਹੀਂ ਹੈ। ਸਤਿਗੁਰੂ ਕਹਿੰਦੇ ਹਨ ਸੱਚਾਈ ਇਹ ਹੈ ਕਿ ਉਹ ਅਕਾਲ ਪੁਰਖ ਜਿਹੜਾ ਸਾਨੂੰ ਦਿਸਦਾ ਨਹੀਂ, ਉਹ ਅਕਾਲ ਪੁਰਖ ਸਾਡੀ ਸੰਭਾਲ ਕਰ ਰਿਹਾ ਹੈ, ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ। ਇਹੀ ਵੱਡਾ ਕੌਤਕ ਹੈ। ਤੇ ਉਹ ਚਲਾ ਉਸ ਤਰ੍ਹਾਂ ਰਿਹਾ ਹੈ ਜਿਵੇਂ ਉਹਨੂੰ ਭਾਉਂਦਾ ਹੈ।
ਜਿਵੇਂ ਉਹਦਾ ਹੁਕਮ ਹੈ। ਤਾਂ ਸਤਿਗੁਰੂ ਜੀ ਇੱਥੇ ਕਹਿ ਰਹੇ ਹਨ ਉਹਨਾਂ ਨੂੰ ਜਿਨ੍ਹਾਂ ਨਾਲ ਗੱਲ ਕਰ ਰਹੇ ਸਨ, ਜੋਗੀਆਂ ਨੂੰ, ਕਿ ਹੇ ਮੇਰੇ ਵੀਰੋ, ਆਓ ਸਾਡੇ ਨਾਲ ਰਲੋ ਤੇ ਨਮਸਕਾਰ ਬਜਾਏ ਇਸ ਦੇ ਕਿ ਕਿਸੇ ਦੇਵਤੇ ਨੂੰ ਕਰੋ ਜਾਂ ਆਪਣੇ ਕਿਸੇ ਵੱਡੇ ਵਡੇਰੇ ਨੂੰ ਕਰੋ, ਕਿਸੇ ਗੁਰੂ ਨੂੰ ਕਰੋ, ਨਮਸਕਾਰ ਕਰੋ ਉਸ ਅਕਾਲ ਪੁਰਖ ਨੂੰ। ਆਦੇਸ਼ ਤਿਸੈ ਆਦੇਸ਼, ਉਸ ਦੇ ਅੱਗੇ ਨਮਸਕਾਰ ਕਰੋ। ਤਿਸੈ ਭਾਵ ਅਕਾਲ ਪੁਰਖ ਅੱਗੇ ਨਮਸਕਾਰ ਕਰੋ। ਅਕਾਲ ਪੁਰਖ ਦੇ ਗੁਣ ਅਗਲੀ ਪੰਕਤੀ 'ਚ ਦੱਸ ਕੇ ਉਹਨਾਂ ਨੇ ਕੋਈ ਭੁਲੇਖਾ ਕਿਸੇ ਦੇ ਮਨ ਵਿੱਚ ਨਾ ਰਵੇ। ਉਹ ਅਕਾਲ ਪੁਰਖ ਜੋ ਮੁੱਢ ਤੋਂ ਹੈ, ਅਨੀਲ ਹੈ ਭਾਵ ਕਲੰਕ ਰਹਿਤ ਹੈ, ਅਨਾਦ ਹੈ, ਜਿਸ ਦਾ ਆਪਣਾ ਕੋਈ ਆਦ ਨਹੀਂ, ਉਸ ਨੂੰ ਜਨਮ ਦੇਣ ਵਾਲਾ ਕੋਈ ਨਹੀਂ, ਅਨਾਹਤ, ਉਹਨੂੰ ਕੋਈ ਨਾਸ਼ ਨਹੀਂ ਕਰ ਸਕਦਾ, ਭਾਵ ਨਾ ਉਸ ਦਾ ਜਨਮ ਤੇ ਨਾ ਉਹਦੀ ਮੌਤ, ਉਹ ਸਦਾ ਸਦਾ ਰਹਿਣ ਵਾਲਾ ਹੈ, ਅਤੇ ਜੁਗ ਜੁਗ ਏਕੋ ਵੇਸ। ਉਹ ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ, ਸ਼ੁਰੂ ਤੋਂ ਲੈ ਕੇ ਹੁਣ ਤੱਕ ਤੇ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਸ ਦਾ ਰੂਪ ਭਾਵ ਉਹ ਇੱਕੋ ਜਿਹਾ ਹੀ ਰਹਿੰਦਾ ਹੈ। ਉਹਦੇ ਵਿੱਚ ਕੋਈ ਬਦਲਾਅ ਨਹੀਂ ਆਉਂਦਾ, ਉਹਦੇ ਤੇ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਹੇ ਜੋਗੀਓ, ਮੇਰੇ ਵੀਰੋ, ਮੇਰੇ ਪਿਆਰਿਓ, ਉਸ ਅਕਾਲ ਪੁਰਖ ਅੱਗੇ ਨਮਸਕਾਰ ਕਰੋ, ਉਸੇ ਨੂੰ ਨਮਸਕਾਰ ਕਰੋ, ਕਿਸੇ ਹੋਰ ਭੁਲੇਖੇ ਦੇ ਵਿੱਚ ਨਾ ਪਾਓ। ਹੁਣ ਸਤਿਗੁਰੂ ਜੀ ਇੱਥੇ ਜੋ ਸੰਦੇਸ਼ ਸਾਨੂੰ ਇਸ ਪੌੜੀ ਦੇ ਵਿੱਚ ਦਿੱਤਾ ਹੈ ਉਹਨਾਂ ਨੇ, ਉਹ ਇਹ ਹੈ ਕਿ ਜੇ ਅਸੀਂ ਉਸ ਰਸਤੇ ਤੇ ਚੱਲਣਾ ਹੈ ਜਿਹੜਾ ਸਾਨੂੰ ਸਤਿਗੁਰਾਂ ਨੇ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਕਿਵ ਸਚਿਆਰਾ ਹੋਈ ਹੈ, ਤੇ ਉਹਦੇ ਬਾਰੇ ਆਪਾਂ ਅੱਗੇ ਗੱਲਾਂ ਕਰਦੇ ਆਏ ਹਾਂ। ਜੋ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ਉਹਦੇ ਨਾਲ ਜੁੜਨ ਦਾ ਰਸਤਾ, ਉਹਦੇ ਨਾਮ ਨਾਲ ਜੁੜਨ ਦਾ, ਉਹਦੇ ਹੁਕਮ ਨਾਲ ਜੁੜਨ ਦਾ ਹੈ, ਉਹਦੇ ਨਾਮ ਸਿਮਰਨ ਵਿੱਚ ਲੀਨ ਹੁੰਦਾ ਹੈ, ਉਹਦੀ ਯਾਦ ਵਿੱਚ ਲੀਨ ਹੁੰਦਾ ਹੈ, ਉਹਦੇ ਪ੍ਰੇਮ ਵਿੱਚ ਰੰਗੇ ਜਾਣ ਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਵੀ ਜੇ ਇਸ ਰਸਤੇ ਤੇ ਚੱਲਣਾ ਹੈ, ਉਸ ਅਕਾਲ ਪੁਰਖ ਦੇ ਪ੍ਰੇਮ ਵਿੱਚ ਰੰਗੇ ਜਾਣ ਵਾਲੇ ਨੂੰ ਕੀ ਕਰਨਾ ਬਣਦਾ ਹੈ? ਉਹਨੂੰ ਇਹ ਬਣਦਾ ਹੈ ਕਿ ਉਹ ਅਕਾਲ ਪੁਰਖ ਦੇ ਵੱਲ ਆਪਣਾ ਧਿਆਨ ਕਰੇ। ਉਹਦਾ ਇਸ਼ਟ ਵੀ ਉਹੀ ਹੈ, ਉਹਦਾ ਆਦਰਸ਼ ਵੀ ਉਹੀ ਹੈ। ਫਿਰ ਉਹਨੂੰ ਹੋਰ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਦੇਵਤਿਆਂ ਦੇਵੀਆਂ ਜਾਂ ਹੋਰ ਇਸ ਕਿਸਮ ਦੀਆਂ ਵਿਚਾਰਾਂ ਕਰਕੇ ਉਹਦੇ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਅਕਾਲ ਪੁਰਖ ਦੇ ਵਿਚਾਰ ਜਦੋਂ ਅਸੀਂ ਬਣਾ ਲੈਂਦੇ ਹਾਂ ਤਾਂ ਇਹ ਸਾਰਾ ਕੁਝ ਸਾਨੂੰ ਖੋਖਲਾ ਜਿਹਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਅਕਾਲ ਪੁਰਖ ਦੇ ਭਗਤੀ ਦੇ, ਅਕਾਲ ਪੁਰਖ ਦੇ ਨਾਮ ਸਿਮਰਨ ਦੇ ਰਸਤੇ ਤੇ ਤੁਰਨ ਵਾਲੇ, ਉਹਦੇ ਪ੍ਰੇਮ ਵਿੱਚ ਰੰਗੇ ਜਾਣ ਵਾਲੇ ਵਿਅਕਤੀ ਨੂੰ ਇਹ ਭਰੋਸਾ ਹੋ ਜਾਂਦਾ ਹੈ ਕਿ ਇਹ ਜਗਤ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੈ, ਜਿਵੇਂ ਉਹਨੂੰ ਭਾਉਂਦਾ ਹੈ। ਉਹ ਆਪ ਚਲਾ ਰਿਹਾ ਹੈ, ਆਪਣੀ ਸੁਪਰਵੀਜ਼ਨ ਦੇ ਵਿੱਚ ਆਪ ਵੇਖ ਕੇ ਚਲਾ ਰਿਹਾ ਹੈ, ਆਪਣੀ ਨਜ਼ਰ ਹੇਠ ਚਲਾ ਰਿਹਾ ਹੈ। ਤੇ ਇਹ ਸੋਝੀ ਉਹਨੂੰ ਹੋ ਜਾਂਦੀ ਹੈ ਕਿ ਸਭ ਕੁਝ ਜੋ ਹੋ ਰਿਹਾ ਹੈ ਉਹ ਅਕਾਲ ਪੁਰਖ ਦਾ ਹੀ ਹੋ ਰਿਹਾ ਹੈ। ਤੇ ਫਿਰ ਇਹ ਵੀ ਸੋਝੀ ਆਪਣੇ ਆਪ ਨਾਲ ਹੀ ਆ ਜਾਂਦੀ ਹੈ ਕਿ ਜਦੋਂ ਨਮਸਕਾਰ ਕਰਨੀ ਹੈ, ਜਦੋਂ ਆਦੇਸ਼ ਕਰਨਾ ਹੈ, ਜਦੋਂ ਆਪਣੇ ਰਿਸਪੈਕਟਸ ਦੇਣੀਆਂ ਨੇ, ਤਾਂ ਉਹ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਅੱਗੇ ਆਦੇਸ਼ ਕਰਨਾ ਹੈ, ਉਹਨੂੰ ਨਮਸਕਾਰ ਕਰਨੀ ਹੈ, ਜਿਹੜਾ ਅਕਾਲ ਪੁਰਖ ਸਾਰਿਆਂ ਨੂੰ ਪਾਲਣ ਵਾਲਾ, ਸਦਾ ਸਦਾ ਤੋਂ ਇੱਕੋ ਰੂਪ ਦੇ ਵਿੱਚ ਹੀ ਰਹਿੰਦਾ ਹੈ। तो अगली पौड़ी वाल चलिए। आसन लोए लोए भंडार, जो किछ पाया सो एकावार, कर कर वेखै सिरजनहार, नानक सच्चे की साची कार। आदेश तिसै आदेश, आद अनील अनाद अनाहत, जुग जुग एको वेस। सतगुरु जी इस पौड़ी विच सानू समझा रहे हैं कि आसन लोए लोए भंडार। आसन का भाव है टिकाणा। लोए कहते हैं लोक नूं, या दूजा शब्द इहदे लई वरतिया जाता है भवन। लोए लोए का भाव है कि हर लोक विच भंडार,
ਇਹ ਦਰਅਸਲ ਇਹਨਾਂ ਦੋਹਾਂ ਸ਼ਬਦਾਂ ਦਾ ਆਪਸ ਵਿੱਚ ਕਨੈਕਸ਼ਨ ਹੈ, ਆਸਣ ਤੇ ਭੰਡਾਰ ਦਾ। ਉਸ ਅਕਾਲ ਪੁਰਖ ਦੇ ਭੰਡਾਰ ਭਾਵ ਭੰਡਾਰੇ, ਉਹਨਾਂ ਦਾ ਟਿਕਾਣਾ ਕੀ ਹੈ? ਆਸਣ ਭੰਡਾਰ ਉਹਨਾਂ ਦਾ ਕੀ ਟਿਕਾਣਾ ਹੈ? ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਦੇ ਭੰਡਾਰੇ ਹਰ ਲੋਕ ਦੇ ਵਿੱਚ ਹਨ, ਮੌਜੂਦ ਹਨ, ਜਿੱਥੋਂ ਉਹ ਵੰਡੇ ਜਾ ਰਹੇ ਹਨ। ਕਿਉਂਕਿ ਇਹ ਵੀ ਜੋ ਇੱਕ ਭੁਲੇਖਾ ਮੌਜੂਦ ਹੈ, ਜਿਸ ਤਰ੍ਹਾਂ ਸ਼ਿਵ ਦੇ ਪੁਜਾਰੀ ਅਤੇ ਜੋਗੀ ਜੋ ਸ਼ਿਵ ਦੇ ਹੀ ਪੁਜਾਰੀ ਹਨ, ਕਿਉਂਕਿ ਉਹਨੂੰ ਆਦਿ ਯੋਗੀ ਮੰਨਦੇ ਹਨ। ਯੋਗ ਦੀ ਵਿਦਿਆ ਜੋ ਉਹ ਹੈ ਸ਼ਿਵ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ। ਉਹ ਕਹਿੰਦੇ ਹਨ ਕਿ ਸ਼ਿਵ ਦਾ ਆਸਣ ਸ਼ਿਵ ਲੋਕ ਦੇ ਵਿੱਚ ਹੈ, ਔਰ ਸ਼ਿਵ ਦੇ ਕੋਲ ਸਾਰੇ ਭੰਡਾਰੇ ਹਨ। ਇਸੇ ਕਰਕੇ ਉਹਨੂੰ ਕਈ ਵਾਰ ਭੰਡਾਰੀ ਬਾਬਾ ਵੀ ਕਹਿ ਦਿੱਤਾ ਜਾਂਦਾ, ਕਿ ਸਾਰੇ ਭੰਡਾਰੇ ਉਹਦੇ ਕੋਲ ਹਨ, ਉਹਦੇ ਭੰਡਾਰੇ ਭਰਪੂਰ ਹਨ। ਤੇ ਮਿਲਦੇ ਕਿਹਨੂੰ ਹਨ? ਜਿਹੜੇ ਸ਼ਿਵ ਦੇ ਨਾਲ ਜੁੜਦੇ ਹਨ, ਸ਼ਿਵ ਲੋਕ ਦੇ ਵਿੱਚ ਪੁੱਜਦੇ ਹਨ। ਪਰ ਗੁਰੂ ਜੀ ਇੱਥੇ ਸਮਝਾ ਰਹੇ ਹਨ ਕਿ ਇਹੋ ਜਿਹਾ ਕੋਈ ਵਿਚਾਰ ਸਹੀ ਨਹੀਂ ਹੈ। ਭੰਡਾਰਿਆਂ ਨੂੰ ਦੇਣ ਵਾਲਾ ਤਾਂ ਜਿਵੇਂ ਸਤਿਗੁਰਾਂ ਨੇ ਪਹਿਲਾਂ ਦੱਸਿਆ ਹੈ, ਉਹ ਅਕਾਲ ਪੁਰਖ ਹੈ, ਹੋਰ ਕੋਈ ਨਹੀਂ ਹੈ। ਤੇ ਇਹ ਨਹੀਂ ਕਿ ਉਹਦੇ ਭੰਡਾਰੇ ਕਿਸੇ ਖਾਸ ਜਗ੍ਹਾ ਤੇ ਇਕੱਠੇ ਕਿਤੇ ਰੱਖੇ ਗਏ ਹਨ ਜਾਂ ਕਿਸੇ ਦੇ ਕੰਟਰੋਲ ਵਿੱਚ ਹਨ। ਉਹਦੇ ਭੰਡਾਰੇ ਤਾਂ ਹਰ ਲੋਕ ਵਿੱਚ ਹਨ, ਔਰ ਉਹ ਅਕਾਲ ਪੁਰਖ ਦੇ ਰਜ਼ਾ ਦੇ ਮੁਤਾਬਕ, ਉਹਦੇ ਹੁਕਮ ਦੇ ਮੁਤਾਬਕ ਉਹ ਜੀਵਾਂ ਦੇ ਵਿੱਚ ਵੰਡੇ ਜਾ ਰਹੇ ਹਨ। ਮਤਾ ਕੋਈ ਇਹ ਸਮਝ ਲਵੇ ਕਿ ਕਿਸੇ ਖਾਸ ਦੇਵਤੇ ਦੇ ਹੱਥ ਵਿੱਚ ਕੋਈ ਖਾਸ ਵਿਸ਼ੇਸ਼ ਉਹ ਚੀਜ਼ਾਂ ਹਨ ਜਿਹੜੀਆਂ ਉਹ ਵੰਡਦੇ ਹਨ ਤੇ ਆਪਣੇ ਭਗਤਾਂ ਨੂੰ ਦੇ ਦਿੰਦੇ ਹਨ। ਸਤਿਗੁਰੂ ਜੀ ਕਹਿੰਦੇ ਹਨ ਕਿ ਨਹੀਂ, ਉਹਦੇ ਭੰਡਾਰੇ ਹਰ ਥਾਂ ਤੇ ਮੌਜੂਦ ਹਨ, ਔਰ ਇਹ ਉਸ ਦੀ ਰਜ਼ਾ, ਉਹਦੇ ਹੁਕਮ ਦੇ ਵਿੱਚ ਹੀ ਜੀਵਾਂ ਦੇ ਵਿੱਚ ਵਰਤਣ ਵਾਸਤੇ ਵੰਡੇ ਜਾ ਰਹੇ। ਤੇ ਸਤਿਗੁਰੂ ਜੀ ਕਹਿੰਦੇ ਹਨ, ਜੋ ਕਿਛ ਪਾਇਆ ਸੋ ਏਕਾ, ਪਾਇਆ ਭਾਵ ਪਾ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਭੰਡਾਰੇ ਜਿਹੜੇ ਹਨ, ਇਹ ਨਹੀਂ ਕਿ ਕਦੀ ਖਾਲੀ ਹੋ ਜਾਂਦੇ ਹਨ ਤੇ ਫਿਰ ਭਰੇ ਜਾਂਦੇ ਹਨ, ਫਿਰ ਖਾਲੀ ਹੋ ਜਾਂਦੇ ਹਨ, ਫਿਰ ਭਰੇ ਹੋ ਜਾਂਦੇ ਹਨ। ਇਸ ਤਰ੍ਹਾਂ ਨਹੀਂ ਹੈ। ਅਕਾਲ ਪੁਰਖ ਨੇ ਜੋ ਕੁਝ ਵੀ ਇਹਨਾਂ ਭੰਡਾਰਿਆਂ ਵਿੱਚ ਪਾਉਣਾ ਸੀ, ਉਹ ਅਕਾਲ ਪੁਰਖ ਨੇ ਇੱਕੋ ਵਾਰ ਹੀ ਪਾ ਦਿੱਤਾ। ਭਾਵ ਉਹਨੇ ਇੱਕੋ ਵਾਰ ਹੀ ਆਪਣੇ ਹੁਕਮ, ਆਪਣੀ ਰਜ਼ਾ ਦੇ ਵਿੱਚ ਉਹ ਸਾਰਾ ਪ੍ਰਬੰਧ ਕਾਇਮ ਕਰ ਦਿੱਤਾ ਹੈ, ਜਿਨ੍ਹਾਂ ਨਾਲ ਇਹ ਭੰਡਾਰੇ ਸਦਾ ਭਰਪੂਰ ਰਹਿੰਦੇ ਹਨ, ਔਰ ਇਹ ਸਦਾ ਅਖੁੱਟ ਰਹਿੰਦੇ ਹਨ, ਇੱਕੋ ਵਾਰ ਦੇ ਭਰੇ ਹੋਏ। ਉਹ ਭੰਡਾਰੇ ਐਸੇ ਹਨ ਜਿਹੜੇ ਕਦੀ ਖਾਲੀ ਨਹੀਂ ਹੁੰਦੇ। ਇਸ ਜਗਤ ਦੇ ਵਿੱਚ ਜੀਵ ਪਤਾ ਨਹੀਂ ਕਦੋਂ ਤੋਂ ਲੈਂਦੇ ਆ ਰਹੇ ਹਨ ਔਰ ਕਦੋਂ ਤੋਂ ਖਾਂਦੇ ਆ ਰਹੇ ਹਨ। ਜੀਵ ਥੱਕ ਜਾਂਦੇ ਹਨ, ਇਸ ਜਗਤ ਤੋਂ ਤੁਰ ਜਾਂਦੇ ਹਨ, ਪਰ ਦੇਣ ਵਾਲਾ ਕਦੀ ਥੱਕਦਾ ਨਹੀਂ। ਅੱਗੇ ਵੀ ਸਤਿਗੁਰਾਂ ਨੇ ਸਾਨੂੰ ਇਹ ਗੱਲ ਕਈ ਵਾਰ ਸਮਝਾਈ ਹੈ ਕਿ ਭੰਡਾਰੇ ਜਿਹੜੇ ਹਨ ਉਹ ਭਰੇ ਹੀ ਜਾਂਦੇ ਹਨ, ਭਰੇ ਹੀ ਜਾਂਦੇ ਹਨ। ਲੈਣ ਵਾਲੇ ਥੱਕ ਕੇ ਤੁਰੀ ਜਾਂਦੇ ਹਨ, ਤੇ ਦੇਣ ਵਾਲਾ ਉਹ ਦਿੰਦਾ ਹੀ ਜਾ ਰਿਹਾ। ਦੇਂਦਾ ਦੇ, ਲੈਂਦੇ ਥੱਕ ਪਾਏ। ਤਾਂ ਸਤਿਗੁਰੂ ਕਹਿੰਦੇ ਹਨ ਕਿ ਜੋ ਕਿਛ ਪਾਇਆ, ਅਕਾਲ ਪੁਰਖ ਨੇ ਇਹਨਾਂ ਭੰਡਾਰਿਆਂ ਦਾ ਜੋ ਵੀ ਪ੍ਰਬੰਧ ਕਰਨਾ ਸੀ ਕਿ ਇਹ ਭਰੇ ਰਹਿਣ ਹਮੇਸ਼ਾ, ਜਿੰਨੀ ਜੀਵਾਂ ਨੂੰ ਲੋੜ ਹੈ ਉਹਨਾਂ ਨੂੰ ਮਿਲਦੇ ਜਾਣ, ਤਾਂ ਉਹਨੇ ਇੱਕੋ ਵਾਰ ਉਹਦਾ ਸਾਰਾ ਪ੍ਰਬੰਧ ਕਰ ਦਿੱਤਾ ਹੈ। ਜੋ ਪਾਉਣਾ ਸੀ ਉਹਨੇ ਉਹ ਪਾ ਦਿੱਤਾ ਹੈ, ਔਰ ਉਹ ਭੰਡਾਰੇ ਕਦੀ ਖਤਮ ਨਹੀਂ ਹੁੰਦੇ। ਉਹਨੂੰ ਐਸਾ ਨਹੀਂ ਹੈ ਕਿ ਉਹਨੂੰ ਬਾਰ-ਬਾਰ ਇਹਨਾਂ ਨੂੰ ਭਰਨਾ ਪੈਂਦਾ ਹੈ, ਜਾਂ ਹਰ ਥੋੜੀ ਦੇਰ ਪਿੱਛੋਂ ਉਹਨੂੰ ਇਹ ਧਿਆਨ ਦੇਣਾ ਪੈਂਦਾ ਹੈ ਕਿ ਹੁਣ ਭੰਡਾਰੇ ਖਾਲੀ ਹੋ ਗਏ ਹਨ ਤੇ ਹੁਣ ਮੈਂ ਭਰਾਂ, ਜਾਂ ਇਹਨਾਂ ਦੇ ਉੱਤੇ ਕੋਈ ਇੰਤਜ਼ਾਮ ਕਰਨ ਲਈ ਕੋਈ ਨਿਜ਼ਾਮ ਜਾਂ ਸਰਬਰਾਹ ਬਿਠਾ ਦੇਵੇ, ਜਿਹੜਾ ਧਿਆਨ ਰੱਖੇ ਕਿ ਭਾਈ ਹੁਣ ਭੰਡਾਰਾ ਖਾਲੀ ਹੋ ਗਿਆ ਤੇ ਇਹਨੂੰ ਮੈਂ ਦੁਬਾਰਾ ਭਰਾਂ। ਨਹੀਂ, ਐਸਾ ਕੁਝ ਨਹੀਂ ਹੈ। ਉਸ ਅਕਾਲ ਪੁਰਖ ਨੇ ਆਪਣੇ ਹੁਕਮ ਦੇ ਮੁਤਾਬਕ ਇਹ ਸਾਰਾ ਪ੍ਰਬੰਧ ਕਰ ਦਿੱਤਾ ਹੋਇਆ ਹੈ ਕਿ ਜੋ ਕੁਝ ਉਹ ਭੰਡਾਰਿਆਂ ਦੇ ਵਿੱਚ ਲੋੜ ਹੈ, ਉਹ ਆਪਣੇ ਆਪ ਸਾਰੀਆਂ ਲੋੜਾਂ ਸਦਾ ਹੀ ਸਾਰੇ ਹੀ ਜੀਵਾਂ ਦੀਆਂ ਪੂਰੇ ਸੰਸਾਰ ਉੱਤੇ ਪੂਰੀਆਂ ਰਹਿੰਦੀਆਂ ਹਨ, ਪੂਰੀਆਂ ਹੋਈ ਜਾਂਦੀਆਂ ਹਨ, ਪੂਰੀਆਂ ਹੋਈ ਜਾਂਦੀਆਂ ਹਨ। ਇਹਦੇ ਲਈ ਕੋਈ ਕਿਸੇ ਭੰਡਾਰੀ ਦੀ ਕੋਈ ਡਿਊਟੀ ਲਗਾਉਣ ਦੀ ਲੋੜ ਨਹੀਂ। ਔਰ ਐਸਾ ਕਿਉਂ ਹੈ? ਕਰ ਕਰ ਵੇਖਿਆ ਸਿਰਜਣਹਾਰ। ਸਿਰਜਣਹਾਰ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ, ਕਰਤਾ ਪੁਰਖ। ਕਰ ਕਰ ਭਾਵ ਜੀਵਾਂ ਨੂੰ ਪੈਦਾ ਕਰ ਕਰਕੇ
ਵੇਖੈ ਭਾਵ ਸੰਭਾਲ ਕਰਦਾ, ਕਿਉਂਕਿ ਉਹ ਆਪ ਸੰਭਾਲ ਕਰ ਰਿਹਾ ਹੈ, ਤਾਂ ਸੰਭਾਲ ਕਰਨ ਲਈ ਉਹਨੇ ਸਾਰੇ ਇੰਤਜ਼ਾਮ ਵੀ ਉਸੇ ਤਰ੍ਹਾਂ ਰੱਖੇ ਹੋਏ ਹਨ ਕਿ ਉਹ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰ ਰਿਹਾ ਹੈ, ਤੇ ਉਹ ਆਪ ਹੀ ਉਹਨਾਂ ਨੂੰ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਵੀ ਕਰਦਾ ਆ ਰਿਹਾ। ਔਰ ਇਹ ਸੰਭਾਲ ਕਰਨ ਦੀ ਜਿਹੜੀ ਉਹਦੀ ਕੰਮ ਹੈ, ਕਾਰ ਹੈ, ਉਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਹਨ, ਨਾਨਕ ਸੱਚੇ ਕੀ ਸਾਚੀ ਕਾਰ। ਸੱਚੇ ਭਾਵ ਉਹ ਸਦਾ ਥਿਰ ਅਕਾਲ ਪੁਰਖ ਦੀ ਸਾਚੀ ਕਾਰ। ਇਹ ਕਾਰ ਵੀ ਸਾਚੀ ਹੈ, ਸਦਾ ਅਟਲ ਰਹਿਣ ਵਾਲੀ ਹੈ। ਤੇ ਸਾਚੀ ਦਾ ਦੂਜਾ ਅਰਥ ਹੈ ਕਿ ਇਹ ਜਿਹੜੀ ਕਾਰ ਹੈ, ਇਹ ਕਿਸੇ ਉਕਾਈ ਤੋਂ ਬਿਨਾਂ ਹੁੰਦੀ ਹੈ। ਇਹਦੇ ਵਿੱਚ ਕੋਈ ਉਕਾਈ ਨਹੀਂ, ਕਮੀ ਨਹੀਂ, ਘਾਟਾ ਨਹੀਂ ਪੈਂਦਾ। ਉਹਦੀ ਸੰਭਾਲ ਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਬਾਕੀ ਰਹਿ ਜਾਂਦੀ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹ ਸਿਰਜਣਹਾਰ ਪ੍ਰਭੂ ਜੀਵਾਂ ਨੂੰ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ, ਉਹਨਾਂ ਨੂੰ ਵੇਖ ਰਿਹਾ ਹੈ। ਔਰ ਇਹ ਜੋ ਉਹਦਾ ਸੰਭਾਲ ਕਰਨ ਵਾਲੀ ਕਾਰ ਹੈ, ਇਹ ਸਦਾ ਅਟਲ ਹੈ, ਇਹ ਕਦੇ ਰੁਕਣ ਵਾਲੀ ਨਹੀਂ, ਇਹ ਸਦਾ ਚੱਲਣ ਵਾਲੀ ਹੈ। ਔਰ ਇਸ ਵਿੱਚ ਕਿਸੇ ਕਿਸਮ ਦੀ ਕੋਈ ਉਕਾਈ ਨਹੀਂ ਹੈ, ਇਹਦੇ ਵਿੱਚ ਕਮੀ ਕੋਈ ਨਹੀਂ ਹੈ। ਤਾਂ ਫਿਰ ਹੇ ਮੇਰੇ ਵੀਰੋ, ਹੇ ਮੇਰੇ ਭਾਈ ਜੋਗੀਓ, ਆਓ ਫਿਰ ਆਪਾਂ ਸਾਰੇ ਰਲ ਕੇ ਉਸ ਅਕਾਲ ਪੁਰਖ ਨੂੰ ਆਦੇਸ਼ ਕਰੀਏ। ਮੈਂ ਵੀ ਕਰਦਾ ਹਾਂ, ਤੁਸੀਂ ਵੀ ਕਰੋ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਆਓ ਉਸ ਅਕਾਲ ਪੁਰਖ ਦੇ ਅੱਗੇ ਨਮਸਕਾਰ ਕਰੀਏ। ਉਹ ਅਕਾਲ ਪੁਰਖ ਜਿਹੜਾ ਆਦ ਤੋਂ ਹੈ, ਜਿਹੜਾ ਕਲੰਕ ਰਹਿਤ ਹੈ, ਸ਼ੁੱਧ ਸਰੂਪ ਹੈ, ਜਿਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਹੈ। ਅਨਾਦ ਭਾਵ ਉਹਦਾ ਕੋਈ ਮੁੱਢ ਨਹੀਂ ਹੈ, ਉਹ ਆਦ ਤੋਂ ਹੈ। ਅਨਾਹਤ ਭਾਵ ਉਹਦਾ ਕਦੀ ਨਾਸ਼ ਨਹੀਂ ਹੁੰਦਾ। ਔਰ ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ ਜਦੋਂ ਦੀ ਇਹ ਰਚਨਾ ਬਣੀ ਹੈ, ਉਸ ਦਾ ਇੱਕੋ ਹੀ ਰੂਪ ਹੈ, ਇੱਕੋ ਹੀ ਵੇਸ਼ ਹੈ, ਔਰ ਉਹ ਸਦਾ ਕਾਇਮ ਹੈ, ਸਦਾ ਇੱਕੋ ਜਿਹਾ ਹੀ ਰਹਿੰਦਾ ਹੈ। ਹੁਣ ਅਸੀਂ ਇਹਨਾਂ ਆਖਰੀ ਦੋ ਪੰਕਤੀਆਂ ਜਿਹੜੀਆਂ ਸਾਂਝੀਆਂ ਹਨ, 4 ਪੌੜੀਆਂ ਦੇ ਵਿੱਚ ਆਪਾਂ ਜੋ ਸਤਿਗੁਰੂ ਜੀ ਨੇ ਵਿਚਾਰ ਦਿੱਤੇ ਹਨ, ਉਹਨਾਂ ਦੀ ਇੱਕ ਵਾਰ ਵਿਚਾਰ ਕਰ ਲਈ ਹੈ। ਆਓ ਹੁਣ ਸਮੁੱਚੇ ਤੌਰ ਤੇ ਇਹਨਾਂ 4 ਪੌੜੀਆਂ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ, ਉਹ ਆਪਾਂ ਸਮਝੀਏ। ਜਿਹੜੀਆਂ 2 ਪੰਕਤੀਆਂ ਅਖੀਰ ਉੱਤੇ ਸਾਂਝੀਆਂ ਹਨ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇਹ ਇਹਨਾਂ ਦੇ ਇੱਕ ਵਿਸ਼ਾ ਹੋਣ ਦਾ ਸੰਕੇਤ ਵੀ ਕਰਦੀਆਂ ਹਨ। ਤੇ ਇਹ ਵੀ ਸੰਕੇਤ ਹੈ ਕਿ ਇਹਨਾਂ ਦਾ ਵਿਸ਼ਾ ਹੀ ਇਹ ਹੈ, ਔਰ ਇਹ ਅਕਾਲ ਪੁਰਖ ਦੀ ਨਾਲ ਜੁੜਨ ਦਾ, ਉਸ ਨੂੰ ਆਦੇਸ਼ ਕਰਨ ਦਾ, ਉਹਦੇ ਅੱਗੇ ਸ਼ਰਧਾ ਰੱਖਣ ਦਾ, ਔਰ ਉਹਨੂੰ ਨਮਸਕਾਰ ਕਰਨ ਦਾ ਜੋ ਸਾਨੂੰ ਸਤਿਗੁਰੂ ਜੀ ਇਹਦੇ ਵਿੱਚ ਉਪਦੇਸ਼ ਦੇ ਰਹੇ ਹਨ। ਮੈਂ ਵੀਰ ਜੀ ਨੂੰ ਬੇਨਤੀ ਕਰਦਾ ਹਾਂ ਕਿ ਨਾਲ ਨਾਲ ਪਹਿਲੀ ਦੂਜੀ ਪੌੜੀ ਤੋਂ ਅੱਗੋਂ ਥੋੜਾ ਨਾਲ ਕਰਦੇ ਰਹਿਣ ਕਿ ਸਤਿਗੁਰੂ ਜੀ ਨੇ ਇਹਦੇ ਵਿੱਚ ਜੋਗੀਆਂ ਨੂੰ ਅਕਾਲ ਪੁਰਖ ਅੱਗੇ ਨਤਮਸਤਕ ਹੋਣ ਲਈ, ਸਿਰ ਝੁਕਾਉਣ ਲਈ ਕਿਹਾ ਹੈ। ਔਰ ਨਾਲ ਹੀ ਉਹਨਾਂ ਨੇ ਅੰਤ ਵਿੱਚ ਜਾ ਕੇ ਅਕਾਲ ਪੁਰਖ ਦੇ ਲੱਛਣ ਵੀ ਦੱਸੇ। ਹੁਣ ਇਹ ਜੋ ਪੌੜੀਆਂ ਹਨ 4, ਇਹ ਸਪਸ਼ਟ ਤੌਰ ਤੇ ਜੋਗੀਆਂ ਨਾਲ ਗੱਲਬਾਤ ਦੇ ਵਿੱਚ ਸਤਿਗੁਰਾਂ ਨੇ ਉਚਾਰੀਆਂ ਸਨ। ਗੱਲਬਾਤ ਉਹਨਾਂ ਨੇ ਚਾਹੇ ਕਿਸੇ ਢੰਗ ਨਾਲ ਕੀਤੀ ਹੋਵੇ, ਪਰ ਮੁੱਖ ਵਿਸ਼ਾ ਅਕਾਲ ਪੁਰਖ ਨਾਲ ਜੁੜਨ ਦੀ ਪ੍ਰੇਰਨਾ ਹੀ ਹੈ ਕਿ ਉਹਨੂੰ ਨਮਸਕਾਰ ਕਰੋ, ਅਕਾਲ ਪੁਰਖ ਨੂੰ। ਪਰ ਨਾਲ ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਪੌੜੀਆਂ ਦੇ ਵਿੱਚ ਭਾਵੇਂ ਗੱਲਬਾਤ ਜੋਗੀਆਂ ਨਾਲ ਹੋਈ ਹੈ, ਪਰ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਹ ਉਪਦੇਸ਼ ਜੋ ਹੈ ਉਹ ਜੋਗੀਆਂ ਵਾਸਤੇ ਹੈ। ਕਿਉਂਕਿ ਸਤਿਗੁਰੂ ਜੀ ਦਾ ਫਰਮਾਨ ਹੈ ਕਿ ਪਰਥਾਏ ਸਾਖੀ ਮਹਾਪੁਰਖ ਬੋਲਦੇ, ਸਾਂਝੀ ਸਗਲ ਜਹਾਨ। ਇਹ ਜੋ ਉਪਦੇਸ਼ ਹੈ ਸਤਿਗੁਰੂ ਜੀ ਨੇ ਦਿੱਤਾ ਹੈ, ਉਹ ਸਾਰਿਆਂ ਦੇ ਵਾਸਤੇ ਸਾਂਝਾ ਹੀ ਹੈ। ਤੋ ਆਪਾਂ ਜੋ ਜੋਗੀਆਂ ਵਾਲਾ ਐਸਪੈਕਟ ਹੈ, ਭਾਵੇਂ ਹੈ ਉਹਨਾਂ ਵਾਸਤੇ ਹੀ ਉਚਾਰੀਆਂ ਗਈਆਂ ਸਨ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਅਸਲ ਵਿੱਚ ਇਹ ਸਾਰਾ ਉਪਦੇਸ਼ ਹਰ ਜਗਿਆਸੂ ਵਾਸਤੇ ਹੈ, ਜਿਹੜਾ ਸਤਿਗੁਰੂ ਜੀ ਦੇ ਦੱਸੇ ਰਾਹ ਤੇ ਤੁਰਨਾ ਚਾਹੁੰਦਾ ਹੈ ਕਿ ਕਿਵ ਸਚਿਆਰਾ ਹੋਈਏ, ਕਿਵ ਕੂੜਾ ਕੁੱਤਾ ਪਾ। ਤੋ ਆਦਰਸ਼ ਜਿਸ ਦਾ ਵੀ ਕਿਵ ਸਚਿਆਰਾ ਹੋਈਏ ਦਾ ਹੈ, ਤਾਂ ਉਹ ਜੇ ਹਰ ਜਗਿਆਸੂ ਦੇ ਪ੍ਰਤੀ ਇਹ ਸੰਪੂਰਨ ਉਪਦੇਸ਼ 4 ਪੌੜੀਆਂ ਦੇ ਵਿੱਚ ਹੈ, ਨਾ ਕਿ ਸਿਰਫ ਜੋਗੀਆਂ ਲਈ।
ਤੋ ਅਸੀਂ ਆਪਣੇ ਵਾਸਤੇ ਇਹ ਕੰਮ ਕਰਾਂਗੇ ਕਿ ਅਸੀਂ ਜੋਗੀਆਂ ਦੇ ਜਿਹੜਾ ਸਿੰਬੋਲਿਜ਼ਮ ਜਾਂ ਉਹਨਾਂ ਦੀ ਭਾਸ਼ਾ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੈਕਟਿਸਿਸ ਨੇ, ਜੁਗਤਾਂ ਨੇ, ਜੋ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਨੇ ਕਮੈਂਟ ਕੀਤਾ ਹੈ, ਉਹਨਾਂ ਨੂੰ ਅਸੀਂ ਕੁਝ ਸਮੇਂ ਲਈ ਇੱਕ ਸਾਈਡ ਤੇ ਰੱਖ ਕੇ ਅਸੀਂ ਉੱਧਰ ਧਿਆਨ ਦਈਏ ਕਿ ਜੋ ਗੱਲਾਂ ਅਸਲ ਵਿੱਚ ਉਹਨਾਂ ਨੇ ਜੋਗੀਆਂ ਨੂੰ ਸਮਝਾਈਆਂ। ਹੁਣ ਜੋਗੀਆਂ ਨੂੰ ਉਹਨਾਂ ਨੇ ਕੀ ਸਮਝਾਇਆ ਹੈ ਕਿ ਤੁਸੀਂ ਬਾਹਰੀ ਤੌਰ ਦੇ ਉੱਤੇ ਜੋ ਵੀ ਧਰਮ ਨੂੰ ਫੋਲੋ ਕਰ ਰਹੇ ਹੋ, ਜੋ ਵੀ ਸਿੰਬਲ ਫੋਲੋ ਕਰ ਰਹੇ ਹੋ, ਚਾਹੇ ਉਹ ਮੁੰਦਰਾਂ ਹਨ, ਪੱਤ, ਝੋਲੀ, ਵਿਭੂਤ, ਖਿੰਥਾ ਹੈ ਜਾਂ ਡੰਡਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਚਲੋ ਤੁਸੀਂ ਕਰਦੇ ਹੋ, ਕਰ ਲਓ, ਪਰ ਤੁਸੀਂ ਇਹ ਮਤ ਭੁੱਲੋ ਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਜਿਹੜਾ ਸਭ ਤੋਂ ਸ੍ਰੇਸ਼ਟ ਧਰਮ ਹੈ ਉਸ ਅਕਾਲ ਪੁਰਖ ਨਾਲ ਜੁੜਨ ਦਾ, ਇਹ ਉਹਦੇ ਵੱਲ ਜਾਣ ਦਾ ਸਾਧਨ ਹੋਣਾ ਚਾਹੀਦਾ। ਤੇ ਉਹਦੇ ਵੱਲ ਜਾਣ ਦਾ, ਅਕਾਲ ਪੁਰਖ ਨਾਲ ਜੁੜਨ ਦੇ ਵਾਸਤੇ ਸਾਨੂੰ ਜਿਹੜੇ ਗੁਣ ਧਾਰਨ ਕਰਨ ਦੀ ਲੋੜ ਹੈ, ਸਤਿਗੁਰੂ ਜੀ ਨੇ ਉਹਨਾਂ ਨੂੰ ਸਿੰਬੋਲਿਜ਼ਮ ਨੂੰ ਉੱਧਰ ਲਗਾ ਕੇ ਉਹ ਸਮਝਾਇਆ ਹੈ, ਔਰ ਉਹ ਸਾਡੇ ਵਾਸਤੇ ਵੀ ਲਾਗੂ ਹੁੰਦਾ ਹੈ। ਇਹਦੇ ਸਤਿਗੁਰੂ ਗੱਲ ਕਰ ਰਹੇ ਹਨ ਸੰਤੋਖ ਦੀ, ਸ਼ਰਮ ਦੀ, ਧਿਆਨ ਦੀ, ਅੱਗੋਂ ਕਾਲ ਤੇ ਮੌਤ ਦੀ ਗੱਲ ਕਰ ਰਹੇ ਹਨ, ਕੁਆਰੀ ਕਾਇਆ ਭਾਵ ਵਿਕਾਰਾਂ ਤੋਂ ਬਚਣ ਦੀ ਗੱਲ ਕਰ ਰਹੇ ਹਨ, ਤੇ ਉਸ ਅਕਾਲ ਪੁਰਖ ਦੀ ਪ੍ਰਤੀਤ ਦੀ ਗੱਲ ਕਰ ਰਹੇ ਹਨ, ਉਹਦੇ ਨਾਲ ਜੁੜਨ ਦੀ, ਉਹਦੇ ਭਰੋਸੇ ਵਿੱਚ ਰਹਿਣ ਦੀ ਗੱਲ ਕਰ ਰਹੇ ਹਨ। ਹੁਣ ਇਹ ਕਦਰਾਂ ਕੀਮਤਾਂ ਔਰ ਗੁਣ ਜਿਹੜੇ ਨੇ ਆਚਰਨ ਦੇ ਉਹ ਅੰਗ ਹਨ ਜਿਨ੍ਹਾਂ ਤੋਂ ਬਿਨਾਂ ਧਰਮ ਦੇ ਰਸਤੇ ਤੇ ਚੱਲਿਆ ਨਹੀਂ ਜਾ ਸਕਦਾ। ਹੁਣ ਇੱਥੇ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਤੇ ਇਹ ਉਹ ਧਰਮ ਨਹੀਂ ਜਿਹਨੂੰ ਅਸੀਂ ਬਾਹਰੀ ਧਰਮ ਕਹਿੰਦੇ ਹਾਂ। ਇਹ ਜਿਹੜਾ ਅਸਲ ਧਰਮ ਹੈ, ਯੂਨੀਵਰਸਲ ਧਰਮ ਅਸੀਂ ਕਹਿ ਲਈਏ, ਜੋ ਫਿਰਕਿਆਂ ਤੇ ਮਜ਼ਹਬਾਂ ਤੋਂ ਉੱਪਰ ਹੈ, ਬਾਹਰੀ ਚਿੰਨ੍ਹਾਂ ਤੋਂ ਉੱਪਰ ਹੈ, ਕਿਉਂਕਿ ਸਤਿਗੁਰਾਂ ਨੇ ਇਹੀ ਸਮਝਾਇਆ ਨਾ ਕਿ ਇਹਨਾਂ ਚਿੰਨ੍ਹਾਂ ਤੋਂ ਅੱਗੇ ਦੀ ਗੱਲ ਕਰੋ। ਤੇ ਸਤਿਗੁਰਾਂ ਨੇ ਸਾਨੂੰ ਵੈਸੇ ਵੀ ਸਮਝਾਇਆ ਹੈ ਕਿ ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਤਾਂ ਭਾਵ ਇਹ ਹੈ ਕਿ ਜਦੋਂ ਤੱਕ ਅਸੀਂ ਜੋ ਵੀ ਧਰਮ ਫੋਲੋ ਕਰਦੇ ਹਾਂ, ਉਹ ਧਰਮ ਸਾਨੂੰ ਉਸ ਸ੍ਰੇਸ਼ਟ ਧਰਮ ਨਾਲ ਨਹੀਂ ਜੋੜਦਾ, ਤਾਂ ਬਾਹਰੀ ਚਿੰਨ੍ਹ ਅਸੀਂ ਕਿੰਨੇ ਵੀ ਧਾਰਨ ਕਰ ਲਈਏ ਉਹ ਵਿਅਰਥ ਹਨ। ਜੇ ਅਸੀਂ ਉਹਨਾਂ ਚਿੰਨ੍ਹਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਈਏ, ਉਹਨਾਂ ਨੂੰ ਧਾਰਨ ਕਰਨ ਨਾਲ ਹੀ ਅਸੀਂ ਆਪਣੇ ਆਪ ਨੂੰ ਵੱਡੇ, ਮਹਾਨ ਔਰ ਪੁੱਜੇ ਹੋਏ ਸਮਝਣੇ ਸ਼ੁਰੂ ਕਰ ਦਈਏ, ਜਿਵੇਂ ਕਿ ਉਸ ਵੇਲੇ ਦੇ ਜੋਗੀ ਕਰ ਰਹੇ ਸਨ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਫਿਰ ਵਿਅਰਥ ਹੈ, ਕਿਉਂਕਿ ਅਸਲ ਸਾਡਾ ਧਰਮ ਤਾਂ ਇਹ ਹੈ ਕਿ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉਹਦੇ ਨਾਲ ਜੁੜਨਾ ਸਾਡਾ ਅਸਲ ਧਰਮ ਹੈ। ਔਰ ਇਹਦੇ ਵਿੱਚ ਇੱਥੇ ਤੱਕ ਪਹੁੰਚਣ ਲਈ ਸਾਨੂੰ ਸੰਤੋਖ, ਸ਼ਰਮ, ਧਿਆਨ ਤੇ ਇਹ ਜਿਹੜੇ ਸਤਿਗੁਰਾਂ ਨੇ ਜਿੰਨੇ ਵੀ ਇਹ ਗੁਣਾਂ ਦਾ ਜ਼ਿਕਰ ਕੀਤਾ ਹੈ ਸਤਿਗੁਰਾਂ ਨੇ, ਇਹ ਸਾਰੇ ਉਸ ਰਸਤੇ ਦੇ ਸਾਧਨ ਹਨ। ਅਸਲ ਦੇ ਵਿੱਚ ਇਹ ਸਾਡਾ ਸਾਧਨ ਹੋਣੇ ਚਾਹੀਦੇ ਹਨ ਅਕਾਲ ਪੁਰਖ ਤੱਕ ਪਹੁੰਚਣ ਦੇ ਲਈ। ਇਹਦੇ ਨਾਲ ਹੀ ਕੁਝ ਹੋਰ ਸਤਿਗੁਰਾਂ ਨੇ ਉੱਤਮ ਨਿਯਮ ਜਿਹੜੇ ਸਾਡੇ ਅੱਗੇ ਰੱਖੇ ਹਨ। ਉਹ ਇਸ ਪੌੜੀ ਵਿੱਚ ਜਿਵੇਂ ਕਿ ਸਤਿਗੁਰਾਂ ਨੇ ਦੱਸਿਆ ਹੈ ਕਿ ਮਨ ਜੀਤਾ ਜਗ ਜੀਤ, ਕਿ ਜਦੋਂ ਤੱਕ ਅਸੀਂ ਮਨ ਦੇ ਉੱਤੇ ਜਿੱਤ ਪ੍ਰਾਪਤ ਨਹੀਂ ਕਰਦੇ, ਭਾਵ ਮਨ ਦੇ ਪਿੱਛੇ ਨਹੀਂ ਲੱਗਦੇ, ਉਹ ਲੱਗਣਾ ਨਹੀਂ ਛੱਡਦੇ। ਜਿਵੇਂ ਕਿ ਆਮ ਤੌਰ ਤੇ ਹਰ ਸਿੱਖ ਨੂੰ ਇਹ ਗੱਲ ਪਤਾ ਹੀ ਹੈ ਕਿ ਸਾਡਾ ਸਫ਼ਰ ਜੋ ਧਾਰਮਿਕ ਸਫ਼ਰ ਹੈ ਉਹ ਇੱਕੋ ਹੀ ਹੈ ਕਿ ਮਨਮੁਖ ਤੋਂ ਗੁਰਮੁਖ ਬਣਨ ਦਾ ਸਫ਼ਰ ਹੀ ਹੈ। ਇਹ ਪੂਰਾ ਜੋ ਸਿੱਖੀ ਦਾ ਸਫ਼ਰ ਹੈ ਮਨਮੁਖ ਤੋਂ ਗੁਰਮੁਖ ਬਣਨ ਦਾ ਸਫ਼ਰ ਹੈ, ਭਾਵ ਇੱਕ ਮਨ ਦੇ ਪਿੱਛੇ ਲੱਗਣ ਵਾਲੇ ਵਿਅਕਤੀ ਨੂੰ ਆਪਣੇ ਮਨ ਦੇ ਪਿੱਛੇ ਲੱਗਣਾ ਛੱਡ ਕੇ ਗੁਰੂ ਦੀ ਮਤ ਗ੍ਰਹਿਣ ਕਰਨ ਦਾ ਸਫ਼ਰ ਹੈ। ਤਾਂ ਉਹੀ ਗੱਲ ਸਤਿਗੁਰੂ ਕਹਿ ਰਹੇ ਹਨ ਕਿ ਮਨ ਜੀਤਾ ਜਗ ਜੀਤ। ਜੇ ਮਨ ਨੂੰ ਜਿੱਤ ਲਿਆ, ਅਸੀਂ ਉਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੋ ਸਾਨੂੰ ਕਰਨੇ ਚਾਹੀਦੇ ਹਨ, ਤਾਂ ਇਉਂ ਸਮਝ ਲਓ ਕਿ ਅਸੀਂ ਏਡਾ ਵੱਡਾ ਮਾਰਕਾ ਮਾਰ ਲਿਆ ਕਿ ਜਿਵੇਂ ਜਗ ਨੂੰ ਜਿੱਤ ਲਿਆ। ਤੋ ਸਤਿਗੁਰੂ ਜੀ ਨੇ ਇੱਕ ਇਹ ਸਾਨੂੰ ਦਿੱਤਾ ਹੈ ਉਪਦੇਸ਼ ਅਗਲੀ ਪੌੜੀ ਦੇ ਵਿੱਚ, ਜਿਵੇਂ ਆਪ ਨਾਥ ਨਾਥੀ ਸਭ ਜਾ ਕੀ। ਉਹਦੇ ਵਿੱਚ ਵੀ ਸਤਿਗੁਰਾਂ ਨੇ ਅਕਾਲ ਪੁਰਖ ਦਾ ਜੋ ਪ੍ਰਭੂ ਸੱਤਾ ਹੈ ਕਿ ਉਹ ਮਾਲਕ ਹੈ ਸਾਰਿਆਂ ਦਾ ਔਰ ਸਾਰਿਆਂ ਨੂੰ ਉਹਨੇ ਨੱਥਿਆ ਹੋਇਆ ਹੈ, ਉਹ ਇਹ ਸਾਡੇ ਵਿਸ਼ਵਾਸ ਦਾ ਇੱਕ ਬੜਾ ਕੇਂਦਰ ਹੋਣਾ ਚਾਹੀਦਾ ਹੈ। ਔਰ ਰਿੱਧ ਸਿੱਧ ਅਵਰਾ ਸਾਹਿਬ, ਇਹ ਜੋ ਸਾਡੇ ਰਸਤੇ ਦੀਆਂ ਰੁਕਾਵਟਾਂ ਹਨ ਜਾਂ ਡਾਈਵਰਸ਼ਨਸ ਹਨ, ਜਿਹੜੀਆਂ ਧਰਮ ਦੇ ਰਸਤੇ ਉੱਤੇ ਹੁੰਦੀਆਂ ਹਨ, ਪਰ ਬਹੁਤ ਸਾਰੇ ਲੋਕ ਇਹਨਾਂ ਨੂੰ ਹੀ ਟਾਰਗੇਟ ਬਣਾ ਕੇ ਆਪਣੇ ਵਡੱਪਨ ਦਾ ਇਹੀ ਚਿੰਨ੍ਹ ਬਣਾ ਕੇ ਰੱਖ ਲੈਂਦੇ ਹਨ। ਸਤਿਗੁਰਾਂ ਨੇ ਉਹਦੇ ਤੋਂ ਵੀ ਕੌਸ਼ਨ ਕੀਤਾ ਹੈ ਕਿ ਰਿੱਧ ਸਿੱਧ ਅਵਰਾ ਸਾਧ, ਇਹ ਧਰਮ ਦਾ ਰਸਤਾ ਨਹੀਂ ਹੈ, ਇਹ ਕੋਈ ਹੋਰ ਹੀ ਸਵਾਦ ਹੈ, ਭਾਵ ਇਹ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ।
ਇਹ ਦੁਨਿਆਵੀ ਤੌਰ ਤੇ ਇਹਨਾਂ ਦਾਤਾਂ ਨੂੰ ਵਰਤਣ ਦੀ ਗੱਲ ਹੈ। ਇਹ ਇੱਕ ਧਰਮ ਦੇ ਰਸਤੇ ਉੱਤੇ ਚੱਲਣ ਵਾਲੇ ਵਿਅਕਤੀ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਤੇ ਇਸ ਤੋਂ ਪਿਛਲੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਸਾਡੇ ਸਾਹਮਣੇ ਇੱਕ ਹੋਰ ਜੋ ਬੜਾ ਗੋਲਡਨ ਪ੍ਰਿੰਸੀਪਲ ਰੱਖਿਆ ਹੈ ਕਿ ਆਈ ਪੰਥੀ ਸਗਲ ਜਮਾਤੀ। ਇਹ ਇੱਕ ਬੜੀ ਇੰਪੋਰਟੈਂਟ ਗੱਲ ਸਤਿਗੁਰਾਂ ਨੇ ਜੋਗੀਆਂ ਨੂੰ ਸਮਝਾਈ, ਜੋ ਸਾਡੇ ਵੀ ਬਹੁਤ ਕੰਮ ਦੀ ਹੈ, ਕਿ ਸਮੁੱਚੀ ਮਨੁੱਖਤਾ ਹੀ ਸਾਡੀ ਜਮਾਤ ਹੈ। ਆਈ ਪੰਥੀ ਸਗਲ ਜਮਾਤੀ। ਅਸੀਂ ਚੰਗੇ ਧਾਰਮਿਕ ਪੁਰਖ, ਵੱਡੇ ਪੰਥ ਵਾਲੇ, ਉੱਚੇ ਪੰਥ ਵਾਲੇ ਤਾਂ ਅਸੀਂ ਤਾਂ ਹੀ ਅਖਵਾ ਸਕਦੇ ਹਾਂ ਜੇਕਰ ਅਸੀਂ ਪੂਰੇ ਸੰਸਾਰ ਨੂੰ ਆਪਣੇ ਹੀ ਭੈਣ ਭਰਾ, ਆਪਣੇ ਹੀ ਸਾਥੀ ਮੰਨ ਲਈਏ। ਔਰ ਇਹ ਗਲਤੀ ਅਸੀਂ ਅਕਸਰ ਕਰ ਬੈਠਦੇ। ਮੈਂ ਇੱਥੇ ਇੱਕ ਰੈਫਰੈਂਸ ਦੇਣੀ ਚਾਹਾਂਗਾ ਜਿਹਨੂੰ ਸਮਝ ਕੇ ਸ਼ਾਇਦ ਸਾਨੂੰ ਸਤਿਗੁਰਾਂ ਨੇ ਜਿਹੜੇ ਉਪਦੇਸ਼ ਸਾਨੂੰ ਦਿੱਤੇ ਹਨ ਉਹਨੂੰ ਸਮਝਣ ਵਿੱਚ ਹੋਰ ਸੁਖਿਆਈ ਹੋ ਜਾਵੇਗੀ। ਅੰਗਰੇਜ਼ੀ ਦਾ ਇੱਕ ਵਿਦਵਾਨ ਹੋਇਆ ਹੈ ਕੋਲਰਿਜ, ਉਹਦੀ ਇੱਕ ਬੜੀ ਮਸ਼ਹੂਰ ਕੋਟੇਸ਼ਨ ਹੈ ਜਿਹੜੀ ਉਹਨੇ ਈਸਾਈਆਂ ਨੂੰ ਕਹੀ ਸੀ। ਉਹ ਕਹਿੰਦਾ ਹੈ, ਹੀ ਹੂ ਬਿਗਿਨਸ ਬਾਈ ਲਵਿੰਗ ਕ੍ਰਿਸਚੀਅਨਿਟੀ ਬੈਟਰ ਦੈਨ ਦਾ ਟਰੁਥ। ਜਿਹੜਾ ਪਰਮ ਸੱਤ ਹੈ ਉਹਦੇ ਨਾਲੋਂ ਜ਼ਿਆਦਾ ਅਗਰ ਤੁਸੀਂ ਕ੍ਰਿਸਚੀਅਨਿਟੀ ਨੂੰ ਪਿਆਰ ਕਰਕੇ ਆਪਣਾ ਸਫ਼ਰ ਸ਼ੁਰੂ ਕਰੋਗੇ, ਭਾਵ ਜਿਹੜੀ ਗੱਲ ਅਸੀਂ ਪਹਿਲਾਂ ਛੇੜੀ ਸੀ ਕਿ ਸਗਲ ਧਰਮ ਹੈ ਸ੍ਰੇਸ਼ਟ ਧਰਮ, ਤਾਂ ਉਹ ਸ੍ਰੇਸ਼ਟ ਧਰਮ ਨਾਲੋਂ ਅਗਰ ਕ੍ਰਿਸਚੀਅਨਿਟੀ ਨੂੰ ਤੁਸੀਂ ਚੰਗਾ ਜ਼ਿਆਦਾ, ਤੁਸੀਂ ਉਹਦੇ ਨਾਲ ਜ਼ਿਆਦਾ ਪਿਆਰ ਪਾਉਣਾ ਸ਼ੁਰੂ ਕਰ ਦਿਓਗੇ, ਤੁਸੀਂ ਇਹੀ ਸਮਝਣਾ ਸ਼ੁਰੂ ਕਰ ਦਿਓਗੇ ਕਿ ਮੇਰਾ ਧਰਮ ਹੀ ਸਭ ਤੋਂ ਉੱਚਾ ਹੈ, then he will proceed by loving his sect and church more than Christianity। ਫਿਰ ਉਹ ਕ੍ਰਿਸਚੀਅਨਿਟੀ ਨਾਲੋਂ ਜ਼ਿਆਦਾ ਆਪਣੀ ਚਰਚ ਨੂੰ ਜਾਂ ਆਪਣੀ ਸੈਕਟ ਨੂੰ ਜ਼ਿਆਦਾ ਪਿਆਰ ਕਰਨਾ ਸ਼ੁਰੂ ਕਰ ਦੇਗਾ। ਔਰ ਇਹ ਚੀਜ਼ ਅਸੀਂ ਆਪਣੇ ਪੰਥ ਦੇ ਵਿੱਚ ਇਸ ਟਾਈਮ ਹੁੰਦੀ ਵੇਖ ਰਹੇ ਹਾਂ। ਅੱਜ ਸਾਡੇ ਵਾਸਤੇ ਆਪਣੀ ਸੰਸਥਾ, ਆਪਣਾ ਜੱਥਾ, ਆਪਣੀ ਸੰਪਰਦਾ, ਆਪਣਾ ਟਕਸਾਲ ਜਾਂ ਜਿਹਦੇ ਨਾਲ ਅਸੀਂ ਜੁੜੇ ਹੋਏ, ਉਹ ਸਾਡੇ ਲਈ ਪੰਥ ਤੋਂ ਉੱਤੇ ਹੋ ਗਈ ਹੈ, ਕਿਉਂਕਿ ਅਸੀਂ ਸ੍ਰੇਸ਼ਟ ਧਰਮ ਨਾਲੋਂ ਜ਼ਿਆਦਾ ਅਸੀਂ ਕੁਝ ਹੋਰ ਚੀਜ਼ਾਂ ਦੇ ਨਾਲ ਜੁੜ ਗਏ ਜਿਹੜੇ ਧਰਮ ਦੇ ਬਾਹਰੀ ਚਿੰਨ੍ਹਾਂ ਦੇ ਉੱਤੇ ਅਸੀਂ ਝਗੜੇ ਪਾ ਕੇ ਬੈਠ ਗਏ, ਔਰ ਸਾਡੇ ਵਾਸਤੇ ਆਪਣੀ ਸੰਪਰਦਾ ਜਿਹੜੀ ਹੈ ਉਹ ਉੱਪਰ ਹੋ ਗਈ। ਔਰ ਅੱਗੇ ਉਹ ਕੀ ਕਹਿੰਦਾ ਹੈ ਕਿ ਐਂਡ ਇਨ ਦਾ ਐਂਡ ਇਨ ਲਵਿੰਗ ਹਿਮਸੈਲਫ ਬੈਟਰ ਦੈਨ ਆਲ। ਔਰ ਇਹਦਾ ਐਸੇ ਵਿਅਕਤੀ ਦਾ ਅੰਤ ਕਿੱਥੇ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਹੀ ਉੱਚਾ ਸਮਝਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਆਪਣੀ ਮਨਮਾਤ ਚਲਾਉਣੀ ਸ਼ੁਰੂ ਕਰ ਦਿੰਦਾ ਹੈ, ਤੇ ਫਿਰ ਉਹ ਕਦੀ ਗੁਰੂ ਬਣ ਕੇ ਬੈਠ ਜਾਂਦਾ ਹੈ, ਕਦੀ ਵੱਡਾ ਸੰਤ ਬਣ ਕੇ ਬੈਠ ਜਾਂਦਾ ਹੈ, ਕਦੀ ਬ੍ਰਹਮ ਗਿਆਨੀ ਬਣ ਕੇ ਬੈਠ ਜਾਂਦਾ ਹੈ। ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਤਾਂ ਸਾਨੂੰ ਸਤਿਗੁਰੂ ਨੇ ਕਿਹਾ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਦੱਸੇ ਰਸਤੇ ਉੱਤੇ ਸਚਿਆਰ ਬਣਨ ਲਈ ਅਸੀਂ ਤੁਰਦੇ ਹਾਂ, ਤਾਂ ਇਹ ਗੱਲ ਸਾਨੂੰ ਪੱਕੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਅਸੀਂ ਸਮੁੱਚੇ ਸੰਸਾਰ ਨੂੰ ਆਪਣੇ ਕਲਾਵੇ ਦੇ ਵਿੱਚ ਲੈਣਾ ਹੈ, ਔਰ ਆਪਣੇ ਧਰਮ ਦੇ ਨਿਯਮਾਂ ਨੂੰ ਫੋਲੋ ਕਰਦੇ ਹੋਏ ਸਾਨੂੰ ਜਿਹੜਾ ਅਸਲ ਸ੍ਰੇਸ਼ਟ ਧਰਮ ਹੈ ਉਹਦੇ ਤੋਂ ਉਕਾਈ ਨਹੀਂ ਖਾਣੀ ਚਾਹੀਦੀ। ਜਦੋਂ ਅਸੀਂ ਉਹ ਉਕਾਈ ਖਾਣੀ ਛੱਡਾਂਗੇ ਤਾਂ ਅਸੀਂ ਸਿੰਬਲਸ ਦੇ ਵਿੱਚ ਫਸ ਜਾਵਾਂਗੇ, ਜਿਵੇਂ ਕਿ ਜੋਗੀ ਫਸੇ ਹੋਏ ਸਨ, ਉਹਨਾਂ ਵਾਸਤੇ ਮੁੰਦਰਾਂ ਤੇ ਝੋਲੀ ਤੇ ਵਿਭੂਤ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਈਆਂ ਸੀ। ਜੋ ਅਸਲ ਸ੍ਰੇਸ਼ਟ ਧਰਮ ਸੀ ਉਹਨੂੰ ਉਹ ਭੁੱਲ ਚੁੱਕੇ ਸਨ। ਤਾਂ ਇਹਨੂੰ ਜਦੋਂ ਅਸੀਂ ਛੱਡ ਦਿਆਂਗੇ ਤਾਂ ਇਹ ਸਮੁੱਚੇ ਤੌਰ ਦੇ ਉੱਤੇ ਇਹ ਸਾਡੇ ਰਾਹ ਦੀ ਰੁਕਾਵਟ ਬਣ ਜਾਣਗੇ। ਉਹ ਵੇਲੇ ਜਿਹੜੀ ਅਸੀਂ ਤਰੱਕੀ ਕਰਨੀ ਹੈ, ਆਤਮਿਕ ਤਰੱਕੀ ਕਰਨੀ ਹੈ, ਇਸ ਰਸਤੇ ਤੇ ਚੱਲ ਕੇ ਅਗਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ, ਸ੍ਰੇਸ਼ਟ ਧਰਮ ਨਾਲ ਨਹੀਂ ਜੁੜੇ, ਉਸ ਅਕਾਲ ਪੁਰਖ ਨਾਲ ਨਹੀਂ ਜੁੜੇ, ਤਾਂ ਫਿਰ ਸਾਡੀ ਆਤਮਿਕ ਤਰੱਕੀ ਵੀ ਉੱਥੇ ਹੀ ਰੁਕ ਜਾਵੇਗੀ। ਤਾਂ ਸਾਡੇ ਲਈ ਇਹ ਸਮਝਣਾ, ਇਹਨਾਂ 4 ਪੌੜੀਆਂ ਦੇ ਵਿੱਚ ਮੈਸੇਜ ਸਾਡੇ ਲਈ ਇਹ ਹੀ ਹੈ ਕਿ ਜੇ ਅਸੀਂ ਸਚਿਆਰ ਬਣਨ ਦੇ ਰਸਤੇ ਤੇ ਤੁਰਨਾ ਹੈ ਤਾਂ ਉਸ ਅਕਾਲ ਪੁਰਖ ਦੇ ਉੱਤੇ ਅਸੀਂ ਸਾਡਾ ਇਸ਼ਟ ਬਣਾਉਣਾ, ਉਹਦੇ ਉੱਤੇ ਇੱਕੋ ਇੱਕ ਇਸ਼ਟ ਬਣਾਉਣਾ, ਉਹਦੇ ਅਗੇਂਸਟ, ਉਹਦੇ ਸਾਹਮਣੇ ਕਿਸੇ ਹੋਰ ਦੇਵੀ ਸ਼ਕਤੀ, ਦੇਵੀਆਂ ਨੂੰ, ਦੇਵਤਿਆਂ ਨੂੰ, ਨਾਥਾਂ, ਪੀਰਾਂ, ਦੇਹਧਾਰੀਆਂ ਨੂੰ ਜਾਂ ਕਿਸੇ ਹੋਰ ਦੇ ਨਾਲ ਜੁੜਨਾ, ਇਹ ਆਪਣੇ ਰਾਹ ਤੋਂ ਖੁੰਝ ਜਾਣਾ ਹੈ। ਸਾਡਾ ਜੋ ਹੈ ਉਹ ਸਤਿਗੁਰਾਂ ਨੇ ਅੱਗੇ ਜਿਵੇਂ ਸਮਝਾਇਆ ਹੈ ਕਿ ਜਿਵੇਂ ਇਹ 3 ਚੇਲੇ ਪ੍ਰਵਾਨ ਹਨ ਜਾਂ ਕੋਈ ਭੰਡਾਰੀ ਹੈ ਸਾਨੂੰ ਦਾਤਾਂ ਵੰਡ ਰਿਹਾ ਹੈ, ਜਿਵੇਂ ਇਸ ਤੋਂ ਅਗਲੀ ਪੌੜੀ ਦੇ ਵਿੱਚ ਵੀ ਸਤਿਗੁਰਾਂ ਨੇ ਇਹ ਸਾਨੂੰ ਦਿੱਤਾ ਹੈ। ਇਹ ਜਦੋਂ ਅਸੀਂ ਕਿਸੇ ਵੀ ਹੋਰ ਸ਼ਕਤੀ ਦੇ ਨਾਲ ਜੁੜ ਜਾਂਦੇ ਹਾਂ ਤਾਂ ਫਿਰ ਸਾਡਾ ਜੋ ਸਪਿਰਿਚੁਅਲ ਪ੍ਰੋਗਰੈਸ ਹੈ ਸਾਡੀ ਉਹ ਰੁਕ ਜਾਂਦੀ ਹੈ। ਅਸੀਂ ਇਸ ਰਸਤੇ ਸਚਿਆਰ ਬਣਨ ਦੇ ਰਸਤੇ ਉੱਤੇ ਅੱਗੇ ਨਹੀਂ ਤੁਰ ਸਕਦੇ।
ਤੇ ਹਰ ਵਾਰੀ ਸਤਿਗੁਰਾਂ ਨੇ ਸਾਨੂੰ ਅਖੀਰ ਤੇ ਆ ਕੇ ਜਿਹੜਾ ਮੇਨ ਮੈਸੇਜ ਦਿੱਤਾ ਹੈ ਉਹ ਇਹ ਹੈ ਕਿ ਇਹ ਮੇਰੇ ਪਿਆਰਿਓ, ਉਸ ਅਕਾਲ ਪੁਰਖ ਦੇ ਅੱਗੇ ਜੋ ਹੈ ਉਹ ਨਮਸਕਾਰ ਕਰੋ, ਕਿਉਂਕਿ ਉਹ ਅਕਾਲ ਪੁਰਖ ਹੀ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਇਹ ਸਾਰੀ ਕਾਰ ਉਹੀ ਚਲਾ ਰਿਹਾ ਹੈ। ਬਾਕੀ ਸਾਡੀ ਕਲਪਨਾ ਹੋ ਸਕਦੀਆਂ ਹਨ, ਸਾਡੀ ਅਗਿਆਨਤਾ ਹੋ ਸਕਦੀ ਹੈ, ਸਾਡਾ ਅੰਧ ਵਿਸ਼ਵਾਸ ਹੋ ਸਕਦੀ ਹੈ, ਪਰ ਅਸਲੀਅਤ ਇਹ ਹੈ ਕਿ ਉਹ ਅਕਾਲ ਪੁਰਖ ਹੀ ਜਿਹੜਾ ਹੈ ਉਹ ਇਸ ਜਗਤ ਦੀ ਕਾਰ ਚਲਾ ਰਿਹਾ ਹੈ, ਤੇ ਸਾਡਾ ਭਰੋਸਾ ਤੇ ਇਸ਼ਟ ਉਹੀ ਹੈ। ਇਸੇ ਤਰ੍ਹਾਂ ਹੀ ਅੱਗੇ ਇਸ ਤੋਂ ਅਗਲੀ ਪੌੜੀ ਵਿੱਚ ਵੀ ਸਤਿਗੁਰੂ ਇਸ ਜੋ ਫਰਮਾਉਂਦੇ ਹਨ ਕਿ ਨਾਨਕ ਸੱਚੇ ਕੀ ਸਾਚੀ ਕਾਰ, ਭਾਵ ਸਾਡਾ ਭਰੋਸਾ ਜੋ ਹੈ ਉਸ ਅਕਾਲ ਪੁਰਖ ਦੇ ਉੱਤੇ ਹੋਣਾ, ਉਹਦੀ ਰਜ਼ਾ ਦੇ ਉੱਤੇ ਹੋਣਾ, ਜਿਸ ਢੰਗ ਨਾਲ ਉਹ ਸਾਡੀ ਪਾਲਣਾ ਕਰ ਰਿਹਾ ਹੈ, ਇਸ ਜਗਤ ਦੀ ਕਾਰ ਚਲਾ ਰਿਹਾ ਹੈ, ਉਹਦੇ ਉੱਤੇ ਹੋਣਾ। ਇਹ ਜੋ ਹੈ ਉਸ ਅਕਾਲ ਪੁਰਖ ਜਿਨੇ ਸਾਨੂੰ ਬਣਾਇਆ ਹੈ ਔਰ ਬਣਾ ਕੇ ਸਾਨੂੰ ਪਾਲ ਰਿਹਾ ਹੈ, ਉਸ ਅਕਾਲ ਪੁਰਖ ਅੱਗੇ ਨਮਸਕਾਰ ਕਰਨੀ ਹੈ ਅਸੀਂ, ਹੋਰ ਕਿਸੇ ਨਾਲ ਨਹੀਂ ਜੁੜਨਾ। ਔਰ ਬਾਹਰੀ ਚਿੰਨ੍ਹਾਂ ਨਾਲੋਂ ਸਾਨੂੰ ਹਮੇਸ਼ਾ ਹੀ ਜੋ ਜ਼ਿਆਦਾ ਇੰਪੋਰਟੈਂਸ ਹੈ ਉਹ ਜਿਹੜੇ ਦੇਵੀ ਗੁਣ ਸਾਨੂੰ ਧਾਰਨ ਕਰਨੇ ਹਨ ਆਪਣੇ ਅੰਦਰ, ਉਹਨਾਂ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਸਤਿਗੁਰਾਂ ਨੇ ਉਹ ਸਾਰੇ ਗੁਣਾਂ ਦਾ ਜ਼ਿਕਰ ਕੀਤਾ ਹੈ, ਚਾਹੇ ਉਹ ਸੰਤੋਖ ਹੈ, ਸ਼ਰਮ ਹੈ, ਧਿਆਨ ਹੈ, ਜਾਂ ਵਿਕਾਰਾਂ ਨੂੰ ਛੱਡਣਾ ਹੈ। ਉਹ ਸਾਰੀਆਂ ਚੀਜ਼ਾਂ ਵੱਲ ਸਾਡਾ ਧਿਆਨ ਹੋਣਾ ਚਾਹੀਦਾ ਹੈ, ਕਿਉਂਕਿ ਸਾਡਾ ਮੁੱਖ ਮੰਤਵ ਉਹੀ ਹੈ। ਜਦੋਂ ਤੱਕ ਅਸੀਂ ਆਪਣੇ ਅੰਦਰ ਉਹ ਗੁਣਾਂ ਨੂੰ ਨਹੀਂ ਸਮਾਵਾਂਗੇ, ਅਸੀਂ ਅਕਾਲ ਪੁਰਖ ਨੂੰ ਚੰਗੇ ਨਹੀਂ ਲੱਗ ਸਕਦੇ, ਉਹਦੇ ਨਾਲ ਜੁੜ ਨਹੀਂ ਸਕਦੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।